दो गोपाल गुर गुरपूरन नारायण है गुरदयाल समरथ गुर गुरु नानक पतत उदाहरण है। चवर छतर तखत दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ 9ਵੀਂ ਪਟਿਆਲਾ ਵਿਖੇ आप उस पाक रूहे ज़मीन ते सुभाएमान हो जिस जगह अकाल पुरख दे 9वें सरगुण स्वरूप श्री गुरु तेग बहादुर साहब पातशाह जी दे पाक चरण पए संगतां ने कदम बोसी कीती। गुरु महाराज दे 400 साला प्रकाश दिहाड़े नूं समर्पित आप ਸਰਬੱਤ ਸੰਗਤ ਦੇ ਸਹਿਯੋਗ ਸਦਕਾ ਜਥੇਦਾਰ ਗੁਰਚਰਨ ਸਿੰਘ ਟਹੁੜਾ ਚੈਰੀਟੇਬਲ ਟਰਸਟ ਅਤੇ ਟਹੁੜਾ ਕਬੱਡੀ ਕੱਪ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਔਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਨ ਸਹਿਯੋਗ ਹੈ ਇਹਨਾਂ ਸਮਾਗਮਾਂ ਪ੍ਰਤੀ। ਲੰਬੇਰੇ ਸਮੇਂ ਤੋਂ ਇਸ ਮਹਾਨ ਸਮਾਗਮ ਨੂੰ ਇਸ ਰੂਹੇ ਜ਼ਮੀਨ ਦੇ ਉੱਤੇ ਕਰਨ ਦੇ ਲਈ ਤਤਪਰ ਸਰਦਾਰ ਸਤਵਿੰਦਰ ਸਿੰਘ ਜੀ ਟੌੜਾ ਜੋ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਨੇ, ਹੁਕਮ ਸੀ ਉਹਨਾਂ ਦਾ ਆਪ ਸੰਗਤ ਦੇ ਦਿਦਾਰੇ ਕਰਨ ਦੇ ਲਈ ਆਓ ਗੁਰੂ ਤੇਗ ਬਹਾਦਰ ਸਾਹਿਬ ਦੀ ਅਗੰਮੀ ਵਡਿਆਈ ਨੂੰ ਗਾ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਦੇ ਮਹਾਨ ਮਰਾਤਬੇ ਨੂੰ ਦਰਸਾਉਂਦਿਆਂ ਇਹ ਪਾਕ ਬੋਲ ਕਹੇ ਨੇ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ। ਉਹ ਜੋ ਸਾਰਿਆਂ 'ਚ ਜੋਤ ਬਣ ਕੇ ਸੁਭਾਏਮਾਨ ਪਰਮਾਤਮਾ ਹੈ, ਪਾਰ ਬ੍ਰਹਮ ਹੈ, ਜੋ ਖੁਦਾਇਆ ਹੈ, ਉਹੀ ਗੁਰਦੇਵ ਹੈ, ਭਾਵ ਉਹੀ ਗੁਰੂ ਦਾ ਰੂਪ ਧਾਰ ਕੇ ਦੁਨੀਆ 'ਤੇ ਪ੍ਰਗਟ ਹੈ। ਔਰ ਐਸੇ ਗੁਰਦੇਵ ਨੂੰ ਸਦਾ ਸਾਡੀ ਨਮਸਕਾਰ ਹੈ। That pervading Lord, he himself is called ਗੁਰੂ ਤੇਗ ਬਹਾਦਰ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਜੋ ਹਰ ਜ਼ਰੇ 'ਚ ਸਮਾਇਆ ਹੈ। ਉਹੀ ਗੁਰੂ ਤੇਗ ਬਹਾਦਰ ਬਣ ਕੇ ਦੁਨੀਆ 'ਤੇ ਆਇਆ ਹੈ। ਬੜੇ ਦੁਨੀਆ ਦੇ ਉੱਤੇ ਲੋਕ ਪ੍ਰਗਟ ਹੁੰਦੇ ਨੇ, ਬੜਿਆਂ ਦਾ ਆਗਾਜ਼ ਹੁੰਦਾ ਹੈ, ਬੜਿਆਂ ਦਾ ਅਵਤਾਰ ਹੁੰਦਾ ਹੈ, ਬੜੇ ਮਹਾਂਪੁਰਸ਼ ਆਉਂਦੇ ਨੇ, ਮਹਾਤਮਾ ਆਉਂਦੇ ਨੇ, ਸੰਤ ਸਾਕਤ ਆਉਂਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਦੇ ਤੁਲ ਦੁਨੀਆ 'ਤੇ ਕੋਈ ਨਹੀਂ ਹੈ। ਗੁਰ ਨਾਲ ਤੁਲ ਨਾ ਲੱਗਈ ਖੋਜ ਡਿਠਾ ਬ੍ਰਹਮੰਡ। ਕੰਪੈਰੇਟਿਵਲੀ ਜੇ ਆਖੋ ਵੀ ਗੁਰੂ ਦੇ ਬਰਾਬਰ ਕੋਈ ਤਕੜੀ ਵਿੱਚ ਤੁਲ ਸਕਦਾ ਹੈ ਤੇ ਸਭ ਤੋਂ ਵੱਡਾ ਕੁਫਰ ਹੈ। ਗੁਰੂ ਦੇ ਤੁਲ ਕੇਵਲ ਖੁਦਾਇਆ ਹੈ, ਜਿਹਦਾ ਗੁਰੂ ਸਾਹਿਬ ਸਰਗੁਣ ਸਰੂਪ ਨੇ। ਕਹਿੰਦੇ ਕਿਧਰੇ ਵੀ ਖੰਡਾਂ ਬ੍ਰਹਮੰਡਾਂ ਵਿੱਚ ਖੋਜ ਕਰ ਲਵੋ, ਗੁਰੂ ਨਾਨਕ ਦੇ ਤੁਲ ਕੋਈ ਹੈ ਨਹੀਂ ਹੈ। ਸੋ ਮਹਾਰਾਜ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਆਗਾਜ਼ 1678 ਬਿਕਰਮੀ ਸੰਮਤ ਨੂੰ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੁੰਦਾ ਹੈ।
ਮਾਤਾ ਨਾਨਕੀ ਜੀ ਦੇ ਪਾਕ ਹਿਰਦੇ ਚੋਂ ਪ੍ਰਗਟ ਹੁੰਦੇ ਨੇ ਪਾਤਸ਼ਾਹ। ਗੁਰੂ ਹਰਗੋਬਿੰਦ ਸਾਹਿਬ ਛਠਮ ਪੀਰ ਬੈਠਾ ਗੁਰ ਭਾਰੀ, ਉਹ ਭਾਰਾ ਗੁਰੂ ਅਜ਼ਮਤਾਂ ਵਿੱਚ ਸ਼ਰਸਾਰ ਗੁਰੂ, ਜਿਨ੍ਹਾਂ ਦੇ ਮਹਾਰਾਜ ਲਖਤੇ ਜਿਗਰ ਨੇ, ਔਰ ਦਸਾਂ ਪਾਤਸ਼ਾਹੀਆਂ ਚੋਂ ਇਕਲੌਤੇ ਗੁਰੂ ਨੇ ਜਿਨ੍ਹਾਂ ਦਾ ਆਗਾਜ਼ ਅੰਮ੍ਰਿਤਸਰ ਹੁੰਦਾ ਹੈ। ਹਰਿਮੰਦਰ ਸਾਹਿਬ ਆਸਾ ਦੀ ਵਾਰ ਲੱਗੀ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਸੰਗਤਾਂ ਨੂੰ ਦੀਦਾਰੇ ਬਖਸ਼ ਰਹੇ ਨੇ। ਕੰਨ ਵਿੱਚ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਸਾਹਿਬਜ਼ਾਦਾ ਘਰ ਵਿੱਚ ਪ੍ਰਗਟ ਹੋਇਆ ਹੈ। ਕਵੀ ਸੰਤੋਖ ਸਿੰਘ ਮਹਾਰਾਜ ਉਸ ਸਮੇਂ ਨੂੰ ਆਪਣੀ ਪੁਰਜ਼ੋਰ ਕਲਮ ਨਾਲ ਬਿਆਨਦੇ ਨੇ। ਬਾਲਕ ਜਨਮਿਓ ਭਇਓ ਆਨੰਦ, ਰਖਬੇ ਹਿਤ ਜਗ ਬੀਰਜ ਹਿੰਦ। ਸਨਾਤਨ ਮਤ ਦਾ, ਇਨਸਾਨੀਅਤ ਦਾ, ਮਜ਼ਲੂਮ ਦਾ ਬੀਜ ਰੱਖਣ ਵਾਲਾ ਗੁਰੂ ਪੈਦਾ ਹੋ ਗਿਆ ਹੈ। ਮਹਾਰਾਜ ਪ੍ਰਗਟ ਹੋ ਗਏ ਨੇ। ਬੜੀ ਖੁਸ਼ੀ ਸੀ। ਗੁਰੂ ਕੇ ਮਹਿਲਾਂ ਵਿੱਚ, ਇਲਾਕੇ ਵਿੱਚ ਜਿੱਥੇ ਜਿੱਥੇ ਖਬਰ ਪਹੁੰਚੀ ਹੈ, ਮਹਾਰਾਜ ਨੇ ਬਚਨ ਸੁਣ ਲਿਆ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਆਨੰਦ ਵਿੱਚ ਬੈਠੇ ਨੇ। ਇੱਥੇ ਬੜਾ ਵੱਡਾ ਅੰਤਰਾ ਹੈ ਸਾਡਾ ਤੇ ਗੁਰੂ ਦੇ ਮਹਾਨ ਰੁਤਬੇ ਦਾ। ਆ ਤੁਸੀਂ ਹੁਣ ਇੱਥੇ ਕਥਾ ਸਰਵਣ ਕਰਦੇ ਹੋ ਤੇ ਕੰਨ 'ਚ ਕੋਈ ਫੂਕ ਮਾਰ ਦਵੇ ਵੀ ਭਾਈ ਘਰ ਤੇਰੇ ਕਾਕਾ ਹੋਇਆ, ਤੇ ਆਪਾਂ ਸਾਰੇ ਹੀ ਜਾਣਦੇ ਹਾਂ, ਦੌੜ ਉੱਠਾਂਗੇ ਬਾਹਰ ਨੂੰ ਵੀ ਕੱਲ ਨੂੰ ਗੁਰਦੁਆਰੇ ਆ ਜਾਾਂਗੇ, ਕਿਤੇ ਜਿੰਦਰਾ ਵੱਜਣ ਲੱਗਾ, ਜਾਂ ਕੱਲ ਨੂੰ ਆਸਾ ਦੀ ਵਾਰ ਨਹੀਂ ਲੱਗਣੀ, ਜਾਂ ਕਥਾ ਨਹੀਂ ਹੋਣੀ ਕੱਲ ਨੂੰ ਸਹੀ। ਕਾਕੇ ਕਿਤੇ ਰੋਜ਼ ਰੋਜ਼ ਜੰਮਦੇ ਨੇ। ਸਾਡਾ ਇੱਕ ਸੁਭਾਅ ਹੈ, ਬੰਦੇ ਦੀ ਫਿਤਰਤ ਹੈ। ਜਦੋਂ ਕੁਝ ਪ੍ਰਾਪਤ ਹੁੰਦਾ ਹੈ ਖੇੜੇ ਵਿੱਚ ਆ ਜਾਂਦਾ ਹੈ, ਰੱਬ ਨੂੰ ਭੁੱਲ ਜਾਂਦਾ ਹੈ। ਜਦੋਂ ਕੁਝ ਖੁੱਸ ਜਾਂਦਾ ਹੈ, ਕੋਈ ਸਾਥੋਂ ਦੇਵਨੇਤ ਅਨੁਸਾਰ ਖੁੱਸ ਜਾਵੇ, ਤੇ ਫਿਰ ਅਸੀਂ ਵੈਰਾਗ ਵਿੱਚ ਆ ਜਾਂਦੇ ਹਾਂ, ਰੋਣ ਲੱਗ ਪੈਂਦੇ ਹਾਂ। ਗੁਰੂ ਇੱਦਾਂ ਦਾ ਨਹੀਂ ਹੈ। ਗੁਰੂ ਅਡੋਲ ਹਸਤੀ ਹੈ। ਚਾਹੇ ਖੁਸ਼ੀ ਹੈ ਚਾਹੇ ਗਮੀ ਹੈ, ਉਹ ਆਨੰਦ ਵਿੱਚ ਰਹਿੰਦਾ ਹੈ। ਦੁੱਖ ਸੁੱਖ ਉਹ ਆ ਕਹਿ ਸਮਤ ਵਿਚਾਰਾ। ਦੁੱਖ ਤੇ ਸੁੱਖ ਵਿੱਚ ਇੱਕ ਜੈਸੀ ਵਿਚਾਰ ਹੈ ਗੁਰੂ ਦੀ, ਤਾਂ ਹੀ ਤੇ ਗੁਰੂ ਨੂੰ ਕਿਹਾ ਜਾਂਦਾ ਹੈ ਨਰਕ ਸੁਰਗ ਰਹਿਤ ਅਵਤਾਰਾ। ਨਰਕ ਤੇ ਸੁਰਗ ਤੋਂ ਰਹਿਤ ਨੇ ਗੁਰੂ ਪਾਤਸ਼ਾਹ। ਆਜ਼ਾਦ ਹਸਤੀ ਨੇ, ਮੁਕਤ ਹਸਤੀ ਨੇ, ਜੋ ਕੇਵਲ ਦੁਨੀਆ ਦੇ ਉੱਪਰ ਪਰਉਪਕਾਰ ਹਿੱਤ ਆਉਂਦੇ ਨੇ। ਰੱਬ ਦੀ ਇਹੀ ਮੂਰਤ ਹੈ ਜਿਹੜਾ ਸੁੱਖ ਦੁੱਖ ਤੋਂ ਰਹਿਤ ਹੈ। ਗੁਰੂ ਹਰਗੋਬਿੰਦ ਸਾਹਿਬ ਉਹ ਰੱਬ ਦੀ ਮੂਰਤ ਬੈਠੇ ਨੇ। ਆਸਾ ਦੀ ਵਾਰ ਦੀ ਸਮਾਪਤੀ ਹੋਈ। ਸੰਗਤਾਂ ਨੂੰ ਦਰਸ਼ਨ ਦੇ ਕੇ ਮੁਖੀ ਸਿੱਖਾਂ ਦੇ ਨਾਲ ਬਾਬਾ ਬੁੱਢਾ ਜੀ, ਬਾਬਾ ਬਿਧੀ ਚੰਦ, ਬਾਬਾ ਗੁਰਦਾਸ ਜੀ ਆਦਿਕ, ਇਹਨਾਂ ਨੂੰ ਲੈ ਕੇ ਗੁਰੂ ਕੇ ਮਹਿਲਾਂ ਵਿੱਚ ਪਹੁੰਚਦੇ ਨੇ। ਮਹਾਰਾਜ ਨੂੰ ਇੱਕ ਅਗੰਮੀ ਕੌਤਕ ਕਰਦਿਆਂ ਇਹਨਾਂ ਸਿੱਖਾਂ ਦੇਖਿਆ। ਉਹ ਜਿਹੜਾ ਬਾਲਕ ਪ੍ਰਗਟ ਹੋਇਆ ਹੈ ਉਹਨੂੰ ਨਮਸਕਾਰ ਕਰ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਨੇ। ਤੇ ਝਟਪਟ ਹੀ ਬਾਬਾ ਬਿਧੀ ਚੰਦ ਜੀ ਨੇ ਇਹ ਕੌਤਕ ਤੱਕਿਆ, ਸਵਾਲ ਕੀਤਾ ਹੈ। ਗੁਰੂ ਬਿਲਾਸ ਪਾਤਸ਼ਾਹੀ 6ਵੀਂ ਜਦੋਂ ਤੁਸੀਂ ਪੜ੍ਹਦੇ ਹੋ ਨਾ, ਤਬ ਗੁਰ ਸਿਸਨ ਕੋ ਬਦਨ ਕੀਨੀ, ਅਤ ਹਿਤ ਲਾਏ ਵਿਦਿਆ ਕਹਿ ਕਸ ਬੰਧਨ ਕੀ, ਕਹੋ ਮੋਹੇ ਸਮਝਾਏ। ਮਹਾਰਾਜ ਕਿਉਂ ਬੰਦਨਾ ਕੀਤੀ ਹੈ ਬਾਲਕ ਅੱਗੇ, ਮੈਨੂੰ ਸਮਝਾਓ। ਗੁਰੂ ਹਰਗੋਬਿੰਦ ਸਾਹਿਬ ਨੇ ਗਲੂਏ ਮੁਬਾਰਕ ਚੋਂ 3 ਬੋਲ ਪ੍ਰਗਟ ਕੀਤੇ ਬਾਬਾ ਤੇਗ ਬਹਾਦਰ ਦੀ ਸ਼ਾਨ ਵਿੱਚ।
ਪਹਿਲਾ ਲਫ਼ਜ਼ ਸੀ ਤ੍ਰਿਦੰਡ, ਦੂਸਰਾ ਲਫ਼ਜ਼ ਵਰਤਿਆ ਆਖੰਡ, ਤੀਸਰਾ ਬਚਨ ਕੀਤਾ ਮਹਾਪ੍ਰਚੰਡ। ਇਹ ਬਾਲਕ ਦੀ ਹਸਤੀ ਬਿਆਨ ਕੀਤੀ ਹੈ ਤਿੰਨ ਅਲਫਾਜ਼ਾਂ ਵਿੱਚ। ਤ੍ਰਿਦੰਡ ਦਾ ਭਾਵ ਹੈ ਇਹ ਬਦਫੈਲੀਆਂ ਕਰਨ ਵਾਲਿਆਂ ਨੂੰ, ਕੁਕਰਮ ਕਰਨ ਵਾਲਿਆਂ ਨੂੰ, ਦੁਰਾਚਾਰੀਆਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰਾਂ ਨੂੰ ਖੰਡ ਖੰਡ ਕਰੇਗਾ, ਟੁਕੜੇ ਕਰ ਦੇਵੇਗਾ ਵਿਕਾਰਾਂ ਦੇ। ਜਿਵੇਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾ, ਜੈਕਾਰ ਕੀਓ ਧਰਮੀਓ ਕਾ ਪਾਪੀ ਕਹੋ ਦੰਡ ਦਿਓ। ਇਹ ਧਰਮੀਆਂ ਨੂੰ ਰੱਖੇਗਾ, ਪਾਪੀਆਂ ਨੂੰ ਦੰਡਿਤ ਕਰੇਗਾ। ਗੁਰੂ ਦੇ ਰੁਤਬੇ ਬਾਬਤ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਬੋਲ ਮਿਲਦੇ ਨੇ, ਮੋਹ ਮਲ ਬੇਵਸ ਕੀਓ ਕਾਮ ਗਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ। ਕਹਿੰਦੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਵੀ ਨੇ ਗੁਰੂ ਖੰਡ ਖੰਡ ਕਰ ਦਿੰਦਾ ਹੈ, ਟੋਟੇ ਟੋਟੇ ਕਰ ਦਿੰਦਾ ਹੈ, ਖੁਰਾ ਖੋਜ ਮਿਟਾ ਦਿੰਦਾ ਹੈ। ਹੀ ਕੱਟ ਐਂਗਰ ਇਨਟੂ ਪੀਸਿਸ। ਤੇਰੇ ਕ੍ਰੋਧ ਦਾ ਖੁਰਾ ਖੋਜ ਮਿਟਾ ਦੇਵੇਗਾ, ਵਿਕਾਰਾਂ ਨੂੰ ਮਾਰ ਦੇਵੇਗਾ। ਦੂਸਰਾ ਲਫ਼ਜ਼ ਵਰਤਿਆ ਹੈ ਅਖੰਡ। ਅਖੰਡ ਦਾ ਮਤਲਬ ਹੈ ਜਿਹਦੀ ਸਮਾਧੀ ਅਡੋਲ ਹੋਵੇ। ਕਹਿੰਦੇ ਕਿਤਨੀ ਵੀ ਮੁਸੀਬਤ ਆ ਜਾਵੇ ਇਹ ਅਡੋਲ ਰਹੇਗਾ। ਹੁਣ ਖੰਡ ਟੁਕੜੇ ਨੂੰ ਕਹਿੰਦੇ ਨੇ। ਮਹਾਰਾਜ ਆਖਣ ਲੱਗੇ ਇਹ ਐਸਾ ਅਡੋਲ ਹਸਤੀ ਹੋਵੇਗਾ, ਇਹਦੀ ਸਮਾਧੀ ਖੰਡਿਤ ਨਹੀਂ ਹੋਵੇਗੀ, ਟੁਕੜੇ ਟੁਕੜੇ ਨਹੀਂ ਹੋਵੇਗੀ। ਤੁਸੀਂ ਕਦੇ ਵੀ ਧਿਆਨ ਮਾਰਿਓ ਗੁਰੂ ਤੇਗ ਬਹਾਦਰ ਸਾਹਿਬ ਦੀ ਹਸਤੀ ਵੱਲ। ਇਕਾਂਤ ਲੱਭਦੇ ਨੇ ਚੌਂਕੜਾ ਲਾਉਣ ਲਈ, ਔਰ ਭੋਰੇ ਨਾਲੋਂ ਵੱਧ ਕੇ ਹੋਰ ਕਿਹੜਾ ਇਕਾਂਤ ਹੈ ਦੁਨੀਆ ਦੀ ਨਜ਼ਰ ਤੋਂ ਪਾਸੇ। ਬੇਸਮੈਂਟ ਵਿੱਚ ਬੈਠ ਜਾਣਾ, ਅਖੰਡ ਸਮਾਧੀ ਲਾਉਣੀ ਹੈ, ਕੋਈ ਡਿਸਟਰਬੈਂਸ ਨਾ ਹੋਵੇ। ਦੂਸਰਾ ਪੱਖ ਹੈ ਅਡੋਲ ਹੋਣਗੇ, ਇਹ ਡੋਲਣਗੇ ਨਹੀਂ। ਕਿਤਨਾ ਵੀ ਦੁਖਦਾਇਕ ਸਮਾਂ ਇਹਨਾਂ ਦੇ ਉੱਪਰ ਆ ਜਾਵੇ ਇਹ ਡੋਲਣਗੇ ਨਹੀਂ। ਸਾਡੇ ਕੋਲ ਇਹ ਅਖੰਡ ਸਮਾਧੀ ਨਹੀਂ ਹੈ, ਭਗਤਾਂ ਮਹਾਂਪੁਰਸ਼ਾਂ ਕੋਲ ਹੁੰਦੀ ਹੈ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਨਾ, ਭਗਤ ਕਹਿੰਦੇ ਨੇ ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨ ਬਜਾਵੋ ਗੋ। ਭਗਤ ਕਹਿੰਦੇ ਮੈਂ ਅਖੰਡ ਸਮਾਧੀ ਲਾ ਸਕਦਾ ਹਾਂ, ਅਕਾਲ ਪੁਰਖ ਦੇ ਗੀਤ ਅਖੰਡ ਬਿਰਤੀ ਨਾਲ ਗਾਉਂਦਾ ਹਾਂ, ਧਿਆਉਂਦਾ ਹਾਂ, ਔਰ ਸਾਡੇ ਅੰਦਰ ਅਖੰਡ ਹੀ ਉਸ ਦੇ ਨਾਮ ਦੀ ਬੰਸਰੀ ਵੱਜ ਰਹੀ ਹੈ। ਇਹ ਭਗਤਾਂ ਦੇ ਬੋਲ ਨੇ। ਤੇ ਸਾਡੀ ਜਿੱਥੋਂ ਤੱਕ ਸਮਾਧੀ ਦੀ ਗੱਲ ਹੈ, ਜੇ ਅੱਧਾ ਘੰਟਾ ਨਿਤਨੇਮ ਕਰਨਾ ਵੀ ਪੈ ਜਾਵੇ ਤੇ ਕਿੰਨੀ ਵਾਰ ਪਾਸਾ ਪਲਟਦੇ ਆ। ਕਈ ਵਾਰ ਕੋਈ ਫੋਨ ਆ ਜਾਏ ਤੇ ਉਹ ਨਿਤਨੇਮ ਕਰਦਿਆਂ ਕਰਦਿਆਂ ਹੀ ਚੁੱਕ ਲੈਂਦੇ ਆ। ਸਰੀਰ ਕਿਤੇ ਹੈ, ਮਨ ਕਿਤੇ ਹੈ, ਨੇਤਰ ਕਿਤੇ ਦੌੜੇ ਫਿਰਦੇ ਨੇ, ਮਨ ਦੀ ਉਡਾਰੀ ਕਿਧਰੇ ਉੱਡੀ ਫਿਰਦੀ ਹੈ। ਖੰਡਿਤ ਹੋਣ ਵਾਲੀ ਸਮਾਧੀ ਹੈ ਸਾਡੀ। ਗੁਰੂ ਅਖੰਡ ਸਮਾਧੀ ਲਾਉਂਦਾ ਹੈ। ਜਿੱਥੇ ਟਿਕੇ ਨੇ ਉੱਥੇ ਮਨ ਟਿਕਿਆ ਹੈ। ਅਡੋਲ ਸਮਾਧੀ ਲਾਉਂਦੇ ਨੇ। ਕਹਿੰਦੇ ਡੋਲੇਗਾ ਨਹੀਂ, ਅਖੰਡ ਬਿਰਤੀ ਦਾ ਮਾਲਕ ਹੋਵੇਗਾ, ਇਹਨੂੰ ਝੁਕਾਇਆ ਨਹੀਂ ਜਾ ਸਕਦਾ, ਇਹਨੂੰ ਡੁਲਾਇਆ ਨਹੀਂ ਜਾ ਸਕਦਾ। ਤੀਸਰਾ ਲਫ਼ਜ਼ ਵਰਤਿਆ ਮਹਾਪ੍ਰਚੰਡ। ਸੱਤਾਂ ਤਾਲਿਆਂ ਵਿੱਚ ਛੁਪਾ ਲਿਓ ਇਸ ਨੂੰ, ਕਿਧਰੇ ਵੀ ਲੁਕ ਛਿਪ ਜਾਵੇ, ਦੁਨੀਆ ਦੇ ਉੱਤੇ ਇਹਦਾ ਤੇਜ ਪ੍ਰਤਾਪ ਮਹਾਪ੍ਰਚੰਡ ਹੋਵੇਗਾ। ਇਹਦੀ ਦੁਨੀਆ ਤੇ ਜੈ ਜੈਕਾਰ ਹੋਵੇਗੀ, ਇਹ ਛੁਪਾਇਆ ਨਹੀਂ ਰਹਿ ਸਕੇਗਾ। ਜਿਵੇਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾ, ਸਤਿਗੁਰ ਕੀ ਵਡਿਆਈ ਨਿਤ ਚੜ੍ਹੈ, ਸਵਾਈ ਹਰ ਕੀਰਤ ਭਗਤ ਨਿਤਾਪ ਕਰਾਏ। ਗੁਰੂ ਦੀ ਵਡਿਆਈ ਨਿਤ ਵੱਧਦੀ ਹੈ, ਹਰ ਰੋਜ਼ ਉਹਦੀ ਵਡਿਆਈ ਵੱਧਦੀ ਹੈ। ਗੁਰੂ ਜਿਤਨੀ ਵਡਿਆਈ ਕਿਸੇ ਦੀ ਵੀ ਨਹੀਂ। ਇਹ ਤਿੰਨ ਲਫ਼ਜ਼ ਵਰਤ ਕੇ ਮਹਾਰਾਜ ਕਹਿੰਦੇ, ਬਾਬਾ ਬਿਧੀ ਚੰਦ ਜੀ, ਇਹ ਬਾਲਕ ਵੈਰਾਗ ਦੀ ਮੂਰਤ ਹੈ। ਇਹ ਬਾਲਕ
बड़ा शूरबीर होवेगा, ये बालक धर्म दा रखियक होवेगा, शरण आयां दी रखिया करेगा और गुरु नानक दे तख्त दा वारस होवेगा। इस करके मैं इस बालक नूं सिजदा कीता है। इस करके मैं सिर झुकाया है। ਹੁਣ ਪਰਿਵਾਰ ਸਾਰਾ ਕਹਿੰਦਾ ਮਹਾਰਾਜ ਨਾਮਕਰਨ ਕਰ ਦਿਓ, ਨਾਮ ਰੱਖ ਦਿਓ। ਤੇ ਕਵੀ ਸੰਤੋਖ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸ੍ਰੀ ਗੁਰੂ ਤਬ ਹਿਰਦੈ ਵਿਚਾਰਾ, ਇਸਕੇ ਉਪਜੇ ਬਲੀ ਉਧਾਰਾ ਰਣ ਬਹਾਦਰੀ ਕਰੈ ਵਡੇਰੀ, ਇਹ ਨਿਰਭੈ ਜਰ ਤੁਰਕ ਅਖੇਰੀ। सुत बहादुरी तेग करे है, शत्रु वृंद को जंग खपे है, याते तेग बहादुर नाम धरियो विचार गुरु अविराम। कहंदे मैदाने जंग विच तेग बड़ी चलावेगा, दुश्मनां दा खुरा खोज मिटावेगा। ते इहदे घर विच ऐसा सूरबीर लखते जिगर दिलबंद पैदा होवेगा, जेड़ा तुरकां दी जड़ उखाड़ के सुट दवेगा। ये पेशेन गोई कीती है, भविख्यत वाक ने पातशाह दे गुरु गोबिंद सिंह बाबत भी। कहंदे नाम रखांगा तेग बहादुर। ये पाक गलूए चों बोल प्रगट होए, नामकरण महाराज दा हो गया है। हुण तुसीं आखोगे गुरु आउण वाले समय बाबत किवें जाणदा है भी ये तेग दे धनी होणगे। गुरु ग्रंथ साहिब कहंदे गुरु परमेश्वर एक ने, जो भी गुरु दे गलूए चों बोल प्रगट हुंदे ने वो पत्थर ते लकीर ने। जो बोला है पूरा सतगुरु सो परमेश्वर सुनिया। अकाल पुरख सुनदा है जो गुरु पातशाह बोलते ने, सोई वरत्या जगत मह घट घट मुख भणिया। ओही हुंदा है जो गुरु बोलते ने, ओही परमेश्वर करदा है जो गुरु कहंदे ने, क्योंकि गुरु दा निर्गुण स्वरूप है परमात्मा। सो महाराज दे ये बोल इसे तरह ही सच होए सन, क्योंकि करतारपुर दी जंग विच काले खां ते पैंदे खां जो शाहजहान वल्लों लख दे इर्द गिर्द फौजां लैके आए, मुट्ठी पर सिख लैके गुरु हरगोबिंद साहिब जंग विच कुददे ने। 14 वरियां दा बाबा तेग बहादुर ऐसी तलवार चलाउंदा है, हज़ारां मुगलिया सल्तनत दे सिपाहियां दा खुरा खोज मिटा दिंदा है। ते गुरु हरगोबिंद साहिब ने आख्या सी, लो वेख लो उस बालक दी ओ अगम्मी ताकत, नामकरण तेग बहादुर कीता सी। अज वेखो मैदाने जंग विच इहदे नालों वड्डा तेग दा धनी नज़र ही कोई नहीं आउंदा। भाई साहब भाई नंद लाल ने गुरु तेग बहादुर साहब की वडियाई विच ना परशियन दे कुछ बोल लिखे ने। फारसी विच वो महापुरुष कहंदे ने, गुरु तेग बहादुर साराफा अपसाल जीनत आराए महफिले जाहो जालाल। कहंदे ऐ गुरु तेग बहादुर। लफ्ज़ वरत्या है सरापा। आ जिहड़ा तुसीं सिरों पाओ दिंदे हो ना गुरु की हजूरी विच, ये सरापा तो सिरों पाओ लफ्ज़ बनिया है। सरापा फारसी का लफ्ज़ है, ये तो सिरों पाओ लफ्ज़ होंद विच आउंदा है। सरापा कहंदे ने सिर तो लैके पैरां तक। अफजाल कहंदे ने किरपा नूं। ऐ गुरु तेग बहादुर साहिब तेनू सिजदा ही इसलिए किया जाता है क्योंकि जेड़ा तेरे अगे झुक जाता है सिर तो लैके पैरां तक चरना तक तू किरपा दा पुंज है, खजाना है। जिहदे ते तू किरपा कर दिना है ओदियां झोलियां भर जांदियां ने।
ਅੱਗੇ ਲਫ਼ਜ਼ ਹੈ ਜ਼ੀਨਤ। ਜ਼ੀਨਤ ਕਹਿੰਦੇ ਨੇ ਸਜਾਵਟ ਨੂੰ। ਮਹਿਫਿਲ ਦਾ ਭਾਵ ਹੁੰਦਾ ਹੈ ਮਜਲਸ, ਸਭਾ, ਸੰਗਤ। ਕਹਿੰਦੇ ਤੂੰ ਗੁਰੂ ਨਾਨਕ ਦੀ ਮਹਿਫਿਲ ਦਾ ਸ਼ਿੰਗਾਰ ਹੈ, ਸਤ ਸੰਗਤ ਦਾ ਸ਼ਿੰਗਾਰ ਹੈ। ਅਕਾਲ ਪੁਰਖ ਵੱਲੋਂ ਗੁਰੂ ਨਾਨਕ ਦੇ ਸਾਜੇ ਹੋਏ ਤਖਤ ਨੂੰ ਹੋਰ ਚਾਰ ਚੰਨ ਲਾਉਣ ਵਾਲਾ ਹੈ। ਐ ਗੁਰੂ ਤੇਗ ਬਹਾਦਰ ਸਾਹਿਬ, ਰੱਬੀ ਦਰਗਾਹ ਦਾ ਵੀ ਤੂੰ ਸ਼ਿੰਗਾਰ ਹੈ। ਦੀਨ ਦੁਨੀਆ ਦੇ ਮਾਲਕ, ਜਿਹੜਾ ਤੇਰੀ ਕਿਰਪਾ ਦੀ ਨਜ਼ਰ ਹੇਠ ਆ ਜਾਂਦਾ ਹੈ, ਮਹਾਰਾਜ ਆਖਣ ਲੱਗੇ ਉਹਦੀ ਹਰ ਇੱਛਾ ਪੂਰੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਨੇ ਵੀ ਹਾਮੀ ਭਰੀ ਹੈ। ਕਹਿੰਦੇ ਗੁਰ ਪੂਰਾ ਜਬ ਕਿਰਪਾ ਕਰੀ, ਭਨਤ ਨਾਨਕ ਮੇਰੀ ਪੂਰੀ ਭਰੀ। ਜਿਨ੍ਹਾਂ ਤੇ ਗੁਰੂ ਕਿਰਪਾ ਕਰ ਦਿੰਦਾ ਹੈ ਨਾ, ਤੇ ਮਹਾਰਾਜ ਆਖਦੇ ਨੇ ਸਾਰੀਆਂ ਹੀ ਇੱਛਾਵਾਂ ਮੇਰੀਆਂ ਪੂਰੀਆਂ ਹੋ ਜਾਂਦੀਆਂ ਨੇ। ਤੁਸੀਂ ਹੈਰਾਨ ਰਹਿ ਜਾਓਗੇ, ਬਚਪਨ ਚੋਂ ਹੀ ਐਸਾ ਸੁਭਾਅ ਹੈ, ਇੱਛਾ ਦੀ ਪੂਰਤੀ ਕਰਦੇ ਨੇ ਗੁਰੂ। ਜਦੋਂ ਇਤਿਹਾਸ ਪੜ੍ਹਦੇ ਹੋ ਨਾ, ਤਕਰੀਬਨ 3-4 ਵਰ੍ਹਿਆਂ ਦੀ ਉਮਰ ਹੈ। ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੈ, ਭਾਈ ਰਾਮੇ ਸਿਲ ਦੀ ਸੁਪੁੱਤਰੀ ਬੀਬੀ ਅਨੰਤੀ ਦੇ ਨਾਲ। 1681 ਬਿਕਰਮੀ ਦੀ ਬਾਤ ਹੈ। ਮਾਂ ਨੇ ਬੜੇ ਚਾਅ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾ, ਮਾਤਾ ਨਾਨਕੀ ਨੇ ਸੁੰਦਰ ਬਸਤਰ ਪਹਿਨਾਏ ਵੀ ਜੰਝ ਚੜ੍ਹਨੀ ਹੈ। ਸੋਨੇ ਦੇ ਕੰਗਣ ਕੜੇ ਪਹਿਨਾਏ ਤੇ ਗਲ ਦੇ ਵਿੱਚ ਮਹਾਰਾਜ ਦੇ ਸੋਨੇ ਦਾ ਹਾਰ ਪਾਇਆ ਹੈ, ਕੈਂਠਾ ਪਾਇਆ ਹੈ। ਬੜੇ ਲਾਡ ਨਾਲ ਮਾਂ ਨੇ ਤਿਆਰ ਕੀਤਾ। ਬਾਹਰ ਕੀ ਦੇਖਦੇ ਨੇ, ਜਦੋਂ ਜੰਝ ਚੜ੍ਹਨ ਲੱਗੀ ਹੈ ਨਾ, ਤੇ ਦੀਨ ਦੁਨੀਆ ਦੇ ਮਾਲਕ ਨੇ ਇੱਕ ਛੋਟਾ ਬਾਲਕ ਤੱਕਿਆ ਹੈ। ਤਨ ਦੇ ਉੱਤੇ ਕੋਈ ਬਸਤਰ ਨਹੀਂ ਹੈ। ਵਟਾਲੇ ਨੂੰ ਜੰਝ ਜਾਣੀ ਸੀ ਤੇ ਦੇਖਦਿਆਂ ਹੀ ਮਹਾਰਾਜ ਨੂੰ ਦਇਆ ਆਈ। ਉਹ ਵੈਰਾਗ ਦੇ ਵਿੱਚ ਸੀ ਬਾਲਕ। ਉਸ ਦੀਨ ਦੇ ਉੱਤੇ ਦਇਆ ਕਰਕੇ ਆਪਣੇ ਤਨ ਦੇ ਬਸਤਰ ਲਾ ਕੇ ਉਸ ਨੰਗੇ ਬਾਲਕ ਦਾ ਨੰਗੇਜ ਢੱਕਿਆ। ਉਹ ਦੋਵੇਂ ਕੰਗਣ ਲਾ ਕੇ ਵੀ ਉਸ ਨੂੰ ਦੇ ਦਿੱਤੇ ਤੇ ਉਹ ਜਿਹੜਾ ਹਾਰ ਸੀ ਉਹਦੇ ਗਲ ਵਿੱਚ ਪਹਿਨਾ ਦਿੱਤਾ, ਤੇ ਆਪ ਨੰਗੇ ਤਨ ਫਿਰ ਮਾਂ ਦੇ ਕੋਲ ਚਲੇ ਗਏ। ਤੇ ਮਾਂ ਨੇ ਸਹਿ ਸੁਭਾਅ ਪੁੱਛਿਆ ਵੀ ਇਹ ਬਸਤਰ ਕਿੱਥੇ ਗਏ ਨੇ, ਕੰਗਣ ਕਿੱਥੇ ਗਏ ਨੇ, ਉਹ ਕੈਂਠਾ ਕਿੱਥੇ ਗਿਆ ਹੈ। ਗੁਰੂ ਗ੍ਰੰਥ ਸਾਹਿਬ ਨੇ ਇੱਕ ਗੱਲ ਆਖੀ ਹੈ, ਕਹਿੰਦੇ ਜਿਹਦੇ ਤੇ ਗੁਰੂ ਦਿਆਲੂ ਹੋ ਜਾਂਦਾ ਨਾ, ਉਹਨੂੰ ਨਿਧੀਆਂ ਬਖਸ਼ ਦਿੰਦਾ ਹੈ। ਗੁਰੂ ਨੂੰ ਦਇਆ ਆ ਜਾਵੇ, ਸਹੀ ਖਜ਼ਾਨੇ ਬਖਸ਼ ਦਿੰਦਾ ਹੈ। ਗੁਰੂ ਨਾਨਕ ਜਬ ਭਏ ਦਇਆਰਾ, ਸਰਬ ਸੁਖਾ ਨਿਧ ਪਾਹੀ। ਸਭ ਨਿਧੀਆਂ ਮਿਲ ਜਾਂਦੀਆਂ ਨੇ, ਖਜ਼ਾਨੇ ਮਿਲ ਜਾਂਦੇ ਨੇ। ਗੁਰੂ ਨੂੰ ਬਸ ਦਇਆ ਆ ਜਾਣੀ ਚਾਹੀਦੀ ਹੈ ਤੁਹਾਡੇ ਤੇ ਦਇਆ ਕਿਹਦੇ ਤੇ ਆਉਂਦੀ ਹੈ? ਜਿਹਦਾ ਤਰਲਾ ਵੱਡਾ ਹੋਵੇ ਤੇ ਜਿਹੜਾ ਆਕੜ ਰੱਖੇ ਉਹਦੇ ਤੇ ਦਇਆ ਥੋੜ੍ਹਾ ਆਉਣੀ ਹੈ। ਜਿਹੜਾ ਦੀਨ ਹੋ ਜਾਵੇ, ਜਿਹੜਾ ਨਿਮਾਣਾ ਹੋ ਜਾਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜ਼ਫਰਨਾਮੇ 'ਚ ਇੱਕ ਬਚਨ ਕਿਹਾ ਸੀ, ਕਹਿੰਦੇ ਜਿਹੜਾ ਨੀਵਾਂ ਹੋ ਕੇ ਆਉਂਦਾ ਨਾ ਮੇਰੇ ਕੋਲ, ਮੈਂ ਗੱਲ ਨਾ ਲਾ ਲੈਂਦਾ। ਜਿਹੜਾ ਗਨੀਮ ਬਣ ਕੇ ਆਉਂਦਾ ਹੈ, ਆਕੜ ਵਿੱਚ ਆਉਂਦਾ ਹੈ, ਗਾਲ ਕੇ ਸੁੱਟ ਦਿੰਦਾ ਉਸ ਨੂੰ ਮੈਂ। ਇਹ ਸੁਭਾਅ ਹੈ ਪਰਮਾਤਮਾ ਦਾ, ਖੁਦਾ ਦਾ, ਗੁਰੂ ਪਾਤਸ਼ਾਹ ਦਾ, ਕਿ ਸਾਹਿਬ ਦਇਆਰਸਤ ਆਜ਼ਮ ਅਜ਼ੀਮ, ਹੁਸਨੁਲ ਜਮਾਲਸਤ ਰਾਜ਼ਕ ਰਹੀਮ। ਲਿਖਦੇ ਲਿਖਦੇ ਪਾਤਸ਼ਾਹ ਅੱਗੇ ਇਹ ਬਿਆਨ ਕਰਦੇ ਨੇ, ਗਰੀਬੁਲ ਪਰਸਤੋ ਗਨੀਮੁਲ ਗੁਦਾਜ਼। ਗਰੀਬਾਂ ਨੂੰ ਪਾਲ ਲੈਣਾ ਤੇ ਗਨੀਮਾਂ ਨੂੰ ਗਾਲ ਦੇਣਾ, ਇਹ ਗੁਰੂ ਦਾ ਸੁਭਾਅ ਹੈ। ਇਹ ਖੁਦਾ ਦਾ ਵੀ ਸੁਭਾਅ ਹੈ। ਜੇ ਤੇਰੇ ਸਾਵੇਂ ਕੋਈ ਆਕੜ ਕਰੇ, ਤੈਨੂੰ ਚੰਗਾ ਨਹੀਂ ਲੱਗਦਾ ਤੇ ਰੱਬ ਨੂੰ ਚੰਗਾ ਲੱਗਦਾ ਹੋਵੇਗਾ। ਉਹਨੂੰ ਦੀਨ ਹੀ ਪਾਉਂਦੇ ਨੇ।
ਖੈਰ ਜਿਹੜਾ ਦੀਨ ਹੋ ਗਿਆ ਗੁਰੂ ਦੇ ਦਰ ਤੇ ਉਹਨੂੰ ਨਿੱਧੀਆਂ ਮਿਲ ਜਾਂਦੀਆਂ ਨੇ। ਬੱਚਾ ਦੀਨ ਹੋ ਕੇ ਰੋਂਦਾ ਸੀ, ਬਚਪਨ ਤੋਂ ਹੀ ਸੁਭਾਅ ਐਸਾ ਹੈ, ਗੁਰੂ ਪਾਤਸ਼ਾਹ ਦਾ ਵਸਤਰ ਦੇ ਦਿੱਤੇ, ਸੋਨੇ ਦੇ ਕੰਗਣ ਦੇ ਦਿੱਤੇ, ਕੈਂਠਾ ਦੇ ਦਿੱਤਾ। ਮਾਂ ਦੇ ਪੁੱਛਣ ਤੇ ਦੱਸ ਦਿੱਤਾ, ਮਾਂ ਇੱਕ ਬੱਚਾ ਨੰਗੇਜ ਅਵਸਥਾ ਵਿੱਚ ਸੀ, ਮੈਂ ਤਨ ਦੇ ਵਸਤਰ ਉਸ ਨੂੰ ਦੇ ਆਇਆ, ਉਹਦੇ ਨੰਗੇ ਤਨ ਨੂੰ ਕੱਜ ਆਇਆ, ਮੈਨੂੰ ਤੇ ਮਾਂ ਤੁਸੀਂ ਹੋਰ ਵਸਤਰ ਦੇ ਦਿਓਗੇ, ਉਹਦੇ ਤਨ ਨੂੰ ਕਿਸੇ ਨੇ ਨਹੀਂ ਸੀ ਕੱਜਣਾ। ਮਾਂ ਨੂੰ ਹੁਣ ਰੋਸ ਵੀ ਹੈ, ਉਧਰੋਂ ਜੰਝ ਚੜ੍ਹਨ ਦਾ ਸਮਾਂ ਹੈ, ਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਲਿਜਾ ਕੇ ਆਖਣ ਲੱਗੀ, ਮਾਂ ਆ ਵੇਖ ਲਓ, ਤੁਹਾਡਾ ਦਿਲਬੰਧ, ਤੁਹਾਡਾ ਲਾਡਲਾ ਸਾਹਿਬਜ਼ਾਦਾ ਮੈਂ ਬੜੇ ਸੁੰਦਰ ਵਸਤਰ ਪਹਿਨਾਏ, ਸੋਨੇ ਦੇ ਕੜੇ ਪਹਿਨਾਏ, ਕੰਗਣ ਪਹਿਨਾਏ, ਕੈਂਠਾ ਪਹਿਨਾਇਆ, ਇਹ ਪਿੰਡ ਦੇ ਵਿੱਚ ਇੱਕ ਨੰਗੇ ਬਾਲਕ ਦੇ ਤਨ ਨੂੰ ਕੱਜਣ ਲਈ ਵਸਤਰ ਦੇ ਆਏ ਨੇ, ਕੈਂਠਾ ਉਤਾਰ ਕੇ ਦੇ ਆਏ ਨੇ, ਕੰਗਣ ਉਤਾਰ ਕੇ ਦੇ ਆਏ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਮਹਿਲ ਮਾਤਾ ਨਾਨਕੀ ਜੀ ਨੂੰ ਆਖਿਆ ਸੀ ਵੀ ਠੀਕ ਹੈ, ਜੇ ਮੇਰਾ ਲਾਡਲਾ ਦਿਲਬੰਧ ਫਰਜ਼ੰਦ ਅੱਜ ਬੇਲਿਬਾਸੇ ਤਨ ਨੂੰ ਢੱਕਣ ਦੇ ਲਈ ਆਪਣਾ ਲਿਬਾਸ ਵਾਰ ਆਇਆ ਹੈ, ਤੇ ਯਾਦ ਰੱਖਿਓ ਆਉਣ ਵਾਲੇ ਸਮੇਂ ਵਿੱਚ ਮਜ਼ਲੂਮ ਨੂੰ, ਇਨਸਾਨੀਅਤ ਨੂੰ, ਤੀਨ ਨੂੰ ਰੱਖਣ ਦੇ ਲਈ ਆਪਣਾ ਤਨ ਵਾਰ ਆਵੇਗਾ। ਅੱਜ ਇਸਨੇ ਆਪਣੇ ਵਸਤਰਾਂ ਦੇ ਨਾਲ ਕਿਸੇ ਨੰਗੇ ਦੀ ਪੱਤ ਟੱਕੀ ਹੈ, ਇੱਜ਼ਤ ਟੱਕੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਤਨ ਦੀ ਚਾਦਰ ਨਾਲ ਇਹ ਧਰਮ ਦੀ ਪੱਤ ਟੱਕੇਗਾ, ਇੱਜ਼ਤ ਟੱਕੇਗਾ, ਇਹ ਦੀਨ ਨੂੰ ਰੱਖ ਲਵੇਗਾ। ਇਹਦਾ ਸੁਭਾਅ ਹੀ ਐਸਾ ਹੈ, ਇਹਦਾ ਬਿਰਦ ਹੀ ਐਸਾ ਹੈ, ਜਿਵੇਂ ਬਾਣੀ ਕਹਿੰਦੀ ਹੈ ਨਾ, ਨਿਥਾਵੇ ਕਉ ਗੁਰ ਦੀਨੋ ਥਾਨ ਨਿਮਾਣੇ ਕਉ ਗੁਰ ਕੀਨੋ ਮਾਨ। ਨਿਮਾਣਿਆਂ ਨੂੰ ਮਾਣ ਬਖਸ਼ ਦੇਣਾ, ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈ, ਜਿਹੜੇ ਡੁੱਬ ਰਹੇ ਨੇ ਵਿਕਾਰਾਂ ਵਿੱਚ, ਜਿਹੜੇ ਲਤਾੜੇ ਜਾ ਰਹੇ ਨੇ ਮਜ਼ਲੂਮ, ਉਹਨਾਂ ਦੀਨਾਂ ਤੇ ਦਇਆ ਕਰਕੇ ਉਹਨਾਂ ਦਾ ਮਾਣ ਬਹਾਲ ਕਰ ਦੇਣਾ, ਇਹ ਗੁਰੂ ਦੀ ਅਜ਼ਮਤ ਹੈ, ਇਹ ਗੁਰੂ ਦੀ ਤਾਕਤ ਹੈ। ਬੰਧਨ ਕਾਟ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸਨਾ ਚਾਖੇ। ਜਿਹੜੇ ਗੁਰੂ ਦੀ ਸ਼ਰਨ ਆਉਂਦੇ ਨੇ ਉਹਨਾਂ ਦੇ ਵਿਕਾਰਾਂ ਦੇ ਬੰਧਨ ਕੱਟਦਾ ਹੈ, ਪ੍ਰਤੱਖ ਲੋਹੇ ਦੀਆਂ ਬੇੜੀਆਂ ਵੀ ਕੱਟ ਦਿੰਦਾ ਹੈ। ਜਿਵੇਂ ਸਨਾਤਨ ਮਤ ਦੀਆਂ ਬੇੜੀਆਂ ਕੱਟੀਆਂ, ਨਿਜ਼ਾਤ ਦਵਾਈ, ਨਹੀਂ ਤੇ ਹਿੰਦੂਇਜ਼ਮ ਦਾ ਖੁਰਾ ਖੋਜ ਮਿਟ ਜਾਂਦਾ ਦੁਨੀਆ ਤੋਂ, ਜੇ ਗੁਰੂ ਤੇਗ ਬਹਾਦਰ ਸਾਹਿਬ ਨਿਜ਼ਾਤ ਨਾ ਦਵਾਉਂਦੇ ਤੇ। ਐਸਾ ਉਹਨਾਂ ਦਾ ਸੁਭਾਅ ਹੈ। ਇਹ ਜਿਹੜੇ ਬਚਨ ਕਹੇ ਨਾ ਗੁਰੂ ਹਰਗੋਬਿੰਦ ਸਾਹਿਬ ਨੇ, ਇਸੇ ਤਰ੍ਹਾਂ ਹੀ ਹੁੰਦਾ ਹੈ। ਔਰੰਗਜ਼ੇਬ ਨੇ 1774 ਬਿਕਰਮੀ ਦੇ ਵਿੱਚ ਐਲਾਨ ਕਰ ਦਿੱਤਾ ਸੀ, ਦਾਰੁਲ ਹਰਬ ਤੋਂ ਦਾਰੁਲ ਇਸਲਾਮ ਦੇ ਵਿੱਚ ਭਾਰਤ ਵਰਸ਼ ਨੂੰ ਅਭੇਦ ਕਰ ਦੇਣਾ ਹੈ। ਦਾਰੁਲ ਹਰਬ ਕੀ ਹੈ? ਜਿੱਥੇ ਇਸਲਾਮ ਦਾ ਰਾਜ ਹੋਵੇ, ਪਰ ਤੁਹਾਡਾ ਜਿਹੜਾ ਵੀ ਧਰਮ ਹੈ ਤੁਸੀਂ ਆਪਣੇ ਧਰਮ ਦੀ ਪ੍ਰੈਕਟਿਸ ਕਰ ਸਕਦੇ ਹੋ। ਹਿੰਦੂ ਹੋ, ਗਾਇਤਰੀ ਪੜ੍ਹੋ, ਮੰਦਰਾਂ ਦੇ ਟੱਲ ਖੜਕਾਓ, ਕਰ ਸਕਦੇ ਹੋ। ਸਿੱਖ ਹੋ, ਆਸਾ ਦੀ ਵਾਰ ਲਾਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੇਵਾ ਕਰੋ, ਬਾਣੀ ਪੜ੍ਹੋ। ਮੁਸਲਮਾਨ, ਇਸਲਾਮ ਨੂੰ ਫੋਲੋ ਕਰਨ ਵਾਲੇ, ਉਹਨਾਂ ਦਾ ਤੇ ਭਾਰਤ ਵਰਸ਼ ਵਿੱਚ ਰਾਜ ਹੀ ਸੀ ਮੁਗਲਾਂ ਦੇ ਰੂਪ ਵਿੱਚ, ਉਹ ਤੇ ਆਪਣੇ ਧਰਮ ਦੀ ਮਨੌਤ ਮੰਨ ਹੀ ਸਕਦੇ ਨੇ। ਦਾਰੁਲ ਇਸਲਾਮ ਕਹਿੰਦੇ ਨੇ ਜਿੱਥੇ ਰਾਜ ਇਸਲਾਮ ਦਾ ਹੋਵੇ, ਇਸਲਾਮ ਨੂੰ ਮੰਨਣ ਵਾਲੇ ਆਪਣੇ ਧਰਮ ਦੀ ਪ੍ਰੈਕਟਿਸ ਕਰ ਸਕਦੇ ਨੇ, ਪਰ ਦੂਸਰੇ ਧਰਮ ਵਾਲੇ ਆਪਣੇ ਧਰਮ ਦੀ ਪ੍ਰੈਕਟਿਸ ਨਹੀਂ ਕਰ ਸਕਦੇ। ਦਾਰੁਲ ਹਰਬ ਨੂੰ ਦਾਰੁਲ ਇਸਲਾਮ ਵਿੱਚ ਅਭੇਦ ਕਰਨਾ ਹੈ। ਔਰੰਗਜ਼ੇਬ ਨੇ ਇਹ ਐਲਾਨ ਕਰ ਦਿੱਤਾ ਵੀ ਕੋਈ ਮੰਦਰ,
कोई गुरुद्वारा कुछ नहीं रहन देना, केवल मस्जिद रहेगी, बांग दी जाएगी, कलमा पढ़न वाला बचेगा, दूजा कोई नहीं रहेगा। ये ऐलान हुंदा है। हुण तुसीं सियाणे हो भी सनातन मत की आबादी बड़ी सी, सवा सवा मण रोज़ दे जंजू लैंदे सन, गिणती फिर भी बड़ी। औरंगजेब ने सोचिया है तो उमरां लंघ जाणियां इन्हां नूं मुसलमान कर दियां। विਉਂਤ घड़ी गई भी जेड़ा सनातन मत दे अंदर कोई प्रमाणित आगू है ना, उसनूं दीने इस्लाम विच ले आवां ते ओहदे पिछे जिन्नी भी ओहदी फॉलोइंग है, जिन्ने भी ओहदे मुरीद ने, जदों आगू मुसलमान हो गया तो वह आप ही जंजू ला के इस्लाम नूं कबूल कर लैणगे। तुसीं इस गल वल ध्यान दिओ, जदों भी किसी नवें धर्म का आगाज़ होया है ना, महापुरुष सतपुरुष धर्म के रहबर राजियां नूं अपना फॉलोवर बनाउंदे सन, क्योंकि राजे दे पिछे प्रजा सारी उसे धर्म विच आ जांदी सी। जिहड़े प्रचारक हुंदे ने, संप्रदावां दे अंदर महापुरुष हुंदे ने, उन्हां दी फॉलोइंग बड़ी हुंदी है, आगूआं दी फॉलोइंग हुंदी है, बड़े उन्हां दे मरीद हुंदे ने। एक आगू नूं अपने धर्म च लै आओ, सारे मरीद नाल आ जाणगे, ते कल्ले कल्ले मरीद नूं लिआउणा है ते बड़ा लम्मा समा चाहीदा है। हुण दारुल हरब तो दारुल इस्लाम विच उपेद करन दे लई औरंगजेब ने ऐलान कीता। वो देखदा है भी जिहड़े कश्मीर दे पंडित ने, इन्हां नूं सनातन मत सारा फॉलो करदा, क्योंकि वड्डे विद्वान ने, इन्हां दे लखां मुरीद ने, लखां फॉलोवर ने। उन्हें हुक्म किया है इफ्तिखार खान नूं, ही वॉज द गवर्नर ऑफ कश्मीर, शेर अफगान खान, इनू खिताब मिलिया होया सी। कहंदा भी ये जिहड़े आगू ने ना, इन्हां नूं इस्लाम विच लिआओ। 3 तरीके वरते गए, प्रेम नाल समझाया, मन जान ठीक है, लालच दिओ, जे लालच नाल भी नहीं मनदे ते डर दिओ, डर। 3 तरीके वरतो, ते जे 3 तरीकिਆਂ नाल भी नहीं मनदे ते इन्हां दा गलूआ कट के सुट दिओ। हुण मुश्किल खड़ी हो गई। कश्मीर दे गवर्नर दा तरला लिया है, सनातन मत दा उस समय पंडितां विच आगू सी कृपा राम दत्त। तरला लैके कहंदा कुछ समा दे दिओ, अपने मुरशद नूं ध्या लईए, कोई रस्ता मिल गया तो ठीक है, ना मिलिया तो कलमा पढ़ लवांगे। जान सब नूं प्यारी सी। कहंदे ए दीन दुनिया दे मालक गुरु तेग बहादुर साहब वल नूं जांदे ने। उहदा एक कारण ये भी बनता है भी जदों इन्हां कुछ समा लैके अमरनाथ मंदिर जाना कीता, शिवजी महाराज नूं ध्याउणा कीता भी साडी रखिया करो, कहंदे एक आवाज़ प्रगट हुंदी है भी गुरु नानक दे घर नालों वड्डा कोई नहीं है, तुहाडे डुबदे होए सनातन मत नूं मोढा देण वाला ओही है। इस गल का ख्याल रखियो, हर धर्म के महापुरुषों का अदब है। भट्ट साहिबान गुरु ग्रंथ साहिब विच कहिंदे ने, गावै गुण महादेव बैरागी, जिन ध्यान निरंतर जाणियो, कब कल सुजस गावो गुरु नानक, राज जोग जिन माणियो। पर ये सारे महापुरुष रहबर जिस खुदा नूं ध्याउंदे ने उही गुरु नानक है। सब उहदे ही गीत गाउंदे ने, सब ते वड समरथ गुरदेव, सब सुख पाई तिसकी सेव। शिवजी महाराज ने समझा दिता भी गुरां नालों वड्डा कोई नहीं है, कोई रखण वाला नहीं है। गुरु इज़ ऑल पावरफुल, ही इज़ डिवाइन, उहदे नाल दा कोई दूजा नहीं है। जाओ उहदी शरण चले जाओ। बाणी दा फरमान है ना, जाका किया सब किश होए, तिसका अमर ना मेटा कोई। गुरु जो करदा है ਉਹੀ ਹੋਵੇਗਾ, ਉਹਦੇ ਅਮਰ ਨੂੰ, ਉਹਦੇ ਬਚਨ ਨੂੰ ਮਿਟਾਇਆ ਨਹੀਂ ਜਾ ਸਕਦਾ। नो वन कैन इरेज
ਹਿਜ਼ ਇਟਰਨਲ ਡਿਕਰੀ, ਕਹਿੰਦੇ ਉਹਦੇ ਬਚਨ ਨੂੰ ਕੋਈ ਮਿਟਾਉਣ ਵਾਲਾ ਪੈਦਾ ਨਹੀਂ ਹੋਇਆ। ਗੁਰੂ ਏਡਾ ਵੱਡਾ ਹੈ, ਪਾਰ ਬ੍ਰਹਮ ਪਰਮੇਸ਼ਰ ਅਨੂਪ, ਸਫਲ ਮੂਰਤ ਗੁਰ ਤਿਸਕਾ ਰੂਪ। ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਅਕਾਲ ਪੁਰਖ ਦਾ ਸਵਰੂਪ ਨੇ। ਖੈਰ ਗੁਰੂ ਨਾਨਕ ਦੇ ਘਰ ਵੱਲ ਨੂੰ ਕਿਰਪਾ ਰਾਮਦੱਤ ਦੌੜਿਆ ਹੈ। ਸੰਗੀ ਸਾਥੀ ਬ੍ਰਾਹਮਣ ਪੰਡਤ ਲੈ ਕੇ ਗੁਰਾਂ ਦੀ ਸ਼ਰਨ ਵਿੱਚ ਆਨੰਦਾਂ ਦੀ ਪੁਰੀ ਪਹੁੰਚਦਾ ਹੈ। ਹੁਣ ਉੱਥੇ ਬਚਨ ਕਰਦਾ ਹੈ, ਰਾਖੋ ਅਬ ਹਿੰਦਨ ਕੀ ਟੇਕ, ਨਾਹਿਨ ਜਗ ਮੈਂ ਰਹੇ ਨਾ ਏਕ, ਧਰਮ ਭ੍ਰਸ਼ਟ ਜਬ ਸਗਰੇ ਹੋਏ, ਪੂਜਾ ਹੈ ਸੁਰ ਆਦਿਕ ਨਹਿ ਜੋਏ। ਆਏ ਮਹਾਰਾਜ, ਸਾਡਾ ਧਰਮ ਭ੍ਰਸ਼ਟ ਹੋ ਚੱਲਿਆ ਹੈ। ਸਭ ਤੋਂ ਪੁਰਾਣਾ ਮਤ ਜੋ ਸਨਾਤਨ ਮਤ ਹੈ ਡੁੱਬ ਚੱਲਿਆ ਹੈ। ਇਹਦਾ ਖੁਰਾ ਖੋਜ ਮਿਟ ਜਾਵੇਗਾ। ਬਾਪੂ ਕਿਰਪਾ ਕਰ, ਹਿੰਦੂਆਂ ਦੀ ਟੇਕ ਤੂੰ ਹੈ। ਤੇ ਮੇਰੇ ਗੁਰੂ ਦਾ ਕੀ ਸੁਭਾਅ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਬਚਪਨ ਵਿੱਚ ਹੀ 4 ਵਰਿਆਂ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਬਚਪਨੇ ਵਿੱਚ ਹੀ ਬਿਆਨ ਕਰ ਦਿੱਤਾ ਸੀ ਵੀ ਇਹ ਸ਼ਰਨ ਆਇਆ ਨੂੰ ਰੱਖਣ ਵਾਲਾ ਹੈ। ਮਹਾਰਾਜ ਕਹਿੰਦੇ ਤੁਹਾਡੀ ਰੱਖਿਆ ਕਰਾਂਗਾ ਮੈਂ। ਅਖੀਰ ਔਰੰਗਜ਼ੇਬ ਦੇ ਨਾਲ ਇਹ ਵਾਅਦਾ ਹੁੰਦਾ ਹੈ, ਕਸਮਾਂ ਖਾਧੀਆਂ ਜਾਂਦੀਆਂ ਨੇ ਵੀ ਅਗਰ ਸਾਡੇ ਮੁਰਸ਼ਦ ਗੁਰੂ ਤੇਗ ਬਹਾਦਰ ਸਾਹਿਬ ਆਏ ਔਰੰਗਜ਼ੇਬ ਤੈਨੂੰ ਸਜਦਾ ਕਰ ਦੇਣ, ਸਿਰ ਛੱਡ ਦੇਣ, ਦੀਨ ਤਿਆਗ ਕੇ ਕਲਮਾ ਪੜ੍ਹ ਲੈਣ ਤੇ ਤੈਨੂੰ ਕੱਲਾ ਕੱਲਾ ਜੰਝੂ ਲਾਉਣ ਦੀ ਕੋਈ ਲੋੜ ਨਹੀਂ ਹੈ। ਗੁਰੂ ਸਾਡਾ ਕਲਮਾ ਪੜ੍ਹ ਲਵੇ, ਅਸੀਂ ਸਾਰੇ ਜੰਝੂ ਲਾ ਕੇ ਪਿੱਛੇ ਚੱਲ ਪਵਾਂਗੇ। ਤੇ ਜੇ ਗੁਰੂ ਨਾ ਚੁੱਕਿਆ ਤੇ ਕਸਮ ਉਠਾ ਕੁਰਾਨ ਦੀ, ਤੂੰ ਸਨਾਤਨ ਮਤ ਨੂੰ ਝੁਕਾਵੇਂਗਾ ਨਹੀਂ, ਜੰਝੂ ਨਹੀਂ ਲਾਵੇਂਗਾ। ਵਾਅਦੇ ਕੀਤੇ ਗਏ। ਖੈਰ ਕਈ ਵਾਰ ਪੈਮਾ ਸ਼ਿਕਨ ਹੁੰਦੇ ਨੇ, ਲੋਕ ਵਾਅਦਾ ਤੋੜ ਦਿੰਦੇ ਨੇ, ਪਰ ਵਾਅਦੇ ਕੀਤੇ ਗਏ। ਗੁਰੂ ਡੋਲੇ ਨਹੀਂ। ਚਾਂਦਨੀ ਚੌਂਕ ਸ਼ਹਾਦਤ ਹੁੰਦੀ ਹੈ। ਮਹਾਰਾਜ ਸ਼ਹੀਦੀ ਦਿੰਦੇ ਨੇ 1732 ਬਿਕਰਮੀ ਸੰਮਤ। ਆਪਣੇ ਨਿਰਗੁਣ ਸਰੂਪ ਵਿੱਚ ਅਭੇਦ ਹੁੰਦੇ ਨੇ। ਹਰ ਭਾਣਾ ਗੁਰ ਭਾਇਆ, ਗੁਰ ਜਾਵੈ ਹਰ ਪ੍ਰਭ ਪਾਸ ਜਿਓ। ਦਾ ਗੁਰੂ ਗਲੈਡਲੀ ਐਕਸੈਪਟਡ ਦਾ ਲਾਰਡਸ ਵਿਲ। ਖੁਦਾ ਦਾ ਹੁਕਮ ਮੰਨ ਕੇ ਮਹਾਰਾਜ ਸ਼ਹਾਦਤ ਦੀ ਅਵਧੀ ਮਾਣ ਜਾਂਦੇ ਨੇ। ਆਪ ਇਸ ਠੀਕਰੇ ਨੂੰ ਇਨਸਾਨੀਅਤ ਦੇ ਲਈ ਭੰਨ ਕੇ ਆਪਣੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਗਏ। ਤੇ ਦੂਸਰੇ ਪੱਖ ਵਿੱਚ ਇਸ ਗੱਲ ਦਾ ਖਿਆਲ ਰੱਖਿਓ, ਸਨਾਤਨ ਮਤ ਨੂੰ ਨਜ਼ਾਤ ਦਵਾ ਦਿੱਤੀ। ਸਤਿਗੁਰ ਦਾਤਾ ਮੁਕਤ ਕਰਾਏ, ਉਹਦਾ ਇਹ ਸੁਭਾਅ ਹੈ। ਇਸ ਕੁਰਬਾਨੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਲਫ਼ਜ਼ ਵਰਤਣਾ ਪਿਆ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਬਚਿੱਤਰ ਨਾਟਕ, ਆਟੋਬਾਇਓਗ੍ਰਾਫੀ। ਉਹਦੇ ਵਿੱਚ ਪਾਤਸ਼ਾਹ ਸਾਫ਼ ਲਿਖਦੇ ਨੇ, ਅਗਰ ਦੁਨੀਆ ਦਾ ਸਭ ਤੋਂ ਪੁਰਾਣਾ ਸਨਾਤਨ ਧਰਮ ਹਿੰਦੂ ਮਤ ਮੌਜੂਦ ਹੈ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਰਹਿਮੋ ਕਰਮ ਕਰਕੇ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ, ਪਰ ਸੀ ਨਾ ਉਚਰੀ ਧਰਮ ਹੇਤ ਸਾਕਾ। ਜਿਨ ਕੀਆ ਸੀਸ ਦਿਆ, ਪਰ ਸਿਰ ਨਾ ਦਿਆ। ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ। ਅੱਗੇ ਥੋੜੀਆਂ ਕੁਰਬਾਨੀਆਂ ਨੇ। ਹੁਸੈਨ ਸ਼ਹਾਦਤ ਦੀ ਅਵਧੀ ਮਾਣਦਾ ਹੈ। ਇੱਥੇ ਸਰਮਦ ਵਰਗੇ ਸ਼ਹੀਦ ਹੁੰਦੇ ਨੇ। ਬੜੇ ਬੜੇ ਮਹਾਂਪੁਰਸ਼ਾਂ ਨੇ ਸੱਚ ਲਈ ਸਿਰ ਦਿੱਤਾ ਹੈ, ਦੀਨ ਲਈ ਸਿਰ ਦਿੱਤਾ ਹੈ। ਤੇ ਦੀਨ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦਿੱਤਾ ਹੈ। ਤੇ ਇਹ ਕਿਉਂ ਕਹਿਣਾ ਪੈ ਗਿਆ ਵੀ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਵੀ ਇੱਦਾਂ ਦੀ ਕੁਰਬਾਨੀ ਕਿਸੇ ਨੇ ਨਹੀਂ ਕੀਤੀ। ਇਹਦਾ ਇੱਕ ਕਾਰਨ ਹੈ। ਮੈਂ ਕਈ ਵਾਰ ਇਹ ਵਿਚਾਰ ਕਰਦਾ ਹੁੰਦਾ ਹੈ ਵੀ ਇਹ ਵਿਲਾਖਣ ਸ਼ਹਾਦਤ ਇਸ ਲਈ ਹੈ
ਕਿਉਂਕਿ ਮਨੁੱਖੀ ਅਧਿਕਾਰਾਂ ਦੇ ਲਈ ਮਹਾਰਾਜ ਨੇ ਸਿਰ ਦਿੱਤਾ ਹੈ। ਆਪਣੇ ਦੀਨ ਲਈ ਸਿਰ ਦੇਣ ਵਾਲਿਆਂ ਦੀ ਗਿਣਤੀ ਬੜੀ ਮਿਲ ਜਾਂਦੀ ਹੈ, ਪਰ ਗੈਰਾਂ ਦੇ ਲਈ ਸਿਰ ਦੇਣਾ, ਦੂਸਰੇ ਧਰਮ ਦੇ ਚਿੰਨ੍ਹਾਂ ਨੂੰ ਬਚਾਉਣ ਦੀ ਖਾਤਰ ਸਿਰ ਦੇਣਾ, ਇਹ ਤਾਂ UN ਨੂੰ ਚਾਹੀਦਾ ਹੈ ਗਲੋਬਲ ਲੈਵਲ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸ਼ਹੀਦੀ ਪੁਰਬ ਮਨਾਉਣ, ਮਨੁੱਖੀ ਅਧਿਕਾਰ ਦਿਵਸ ਦੀ ਤੌਰ ਤੇ ਇਹ ਦੁਨੀਆ ਵਿੱਚ ਪ੍ਰਫੁੱਲਤ ਹੋਣਾ ਚਾਹੀਦੇ ਨੇ। ਇਹ ਜਿਹੜੇ ਦਿਹਾੜੇ ਨੇ, ਬੜੇ ਰਹਿਬਰ ਹੋਏ ਆਪਣੇ ਧਰਮ ਦੇ ਚਿੰਨ੍ਹਾਂ ਲਈ ਸਿਰ ਦੇ ਸਕਦੇ ਨੇ, ਗੈਰਾਂ ਦੇ ਚਿੰਨ੍ਹਾਂ ਲਈ ਸਿਰ ਦੇਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਹਿੱਸੇ ਆਇਆ ਹੈ। ਤੁਸੀਂ ਇੱਥੇ ਕਈ ਵਾਰ ਇਹ ਵੀ ਕਹਿ ਦਿੰਦੇ ਹੋ ਜੀ, ਇਹ ਤੁਸੀਂ ਜੰਝੂ ਦੀ ਰੱਖਿਆ ਲਈ ਕਿਉਂ ਕਹਿ ਦਿੰਦੇ ਹੋ ਸਿਰ ਦਿੱਤਾ ਹੈ, ਇਨਸਾਨੀਅਤ ਲਈ ਸਿਰ ਦਿੱਤਾ ਵੀ ਕਹਿ ਦਿਆ ਕਰੋ। ਦੇਖੋ, ਇਨਸਾਨੀਅਤ ਦੇ ਵਿੱਚ ਜੰਝੂ ਵੀ ਆਵੇਗਾ, ਪੰਜ ਕਕਾਰ ਦੇ ਧਾਰਨੀ ਵੀ ਆਉਣਗੇ, ਇੱਥੇ ਗਾਇਤਰੀ ਪੜ੍ਹਨ ਵਾਲਾ ਵੀ ਆਉਣਾ ਹੈ ਤੇ ਬਾਗ ਦੇਣ ਵਾਲਾ ਸੁੱਲਾ ਵੀ ਆਉਣਾ ਹੈ। ਗੁਰੂ ਜਗਤ ਗੁਰੂ ਹੈ। ਉਸ ਦਿਨ ਕਿਰਪਾ ਰਾਮਦੱਤ ਸਨਾਤਨ ਮਤ ਸਮੇਤ ਚਰਨਾਂ ਵਿੱਚ ਆਇਆ, ਬਾਪੂ ਨੇ ਰੱਖ ਲਿਆ। ਜੇ ਕੋਈ ਕਲਮਾ ਪੜ੍ਹਨ ਵਾਲਾ ਆਉਂਦਾ ਤੇ ਉਹਨੂੰ ਵੀ ਰੱਖਦੇ, ਕੋਈ ਨਿਤਨੇਮੀ ਆਉਂਦਾ ਤੇ ਉਸ ਨੂੰ ਵੀ ਰੱਖਦੇ, ਕਿਉਂਕਿ ਗੁਰੂ ਦਾ ਬਿਰਧ ਹੈ, ਜੋ ਸਰਣ ਆਵੈ ਤਿਸ ਕੰਠ ਲਾਵੈ, ਉਹਦਾ ਸੁਭਾਅ ਹੈ। ਉਹ ਜਗਤ ਗੁਰੂ ਹੈ। ਇਸੇ ਕਰਕੇ ਹੀ ਸਿੱਖ ਜਗਤ ਦੇ ਵਿਦਵਾਨਾਂ ਉਹਨੂੰ ਹਿੰਦ ਦੀ ਚਾਦਰ ਨਹੀਂ ਕਿਹਾ, ਸਮੁੱਚੀ ਕਾਇਨਾਤ ਦੀ ਚਾਦਰ ਕਿਹਾ ਹੈ। ਕਵੀ ਸੈਨਾਪਤ ਨੂੰ ਪੜ੍ਹਿਓ, ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਚੋਂ ਸਿਰਮੌਰ ਕਵੀ ਹੈ। ਉਹਦੇ ਜਿਹੜੇ ਪਾਕ ਬੋਲ ਨੇ ਨਾ ਸ੍ਰੀ ਗੁਰੂ ਸੋਭਾ ਦੇ ਵਿੱਚ, ਉਹ ਮਹਾਪੁਰਸ਼ੇ ਬੋਲ ਕਹਿੰਦਾ ਹੈ, ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸ੍ਰਿਸ਼ਟੀ ਦੀ ਪੱਤ ਰੱਖਣ ਵਾਲੇ ਨੇ, ਤੇ ਸ੍ਰਿਸ਼ਟੀ ਦੇ ਵਿੱਚ ਸਾਰੇ ਹੀ ਧਰਮ ਆਉਂਦੇ ਨੇ, ਇਨਸਾਨੀਅਤ ਵਿੱਚ ਸਾਰੇ ਹੀ ਧਰਮ ਆਉਂਦੇ ਨੇ। ਇਨਸਾਨ ਰਾਹ ਇਨਸਾਨੀਅਤ ਲਾਜ਼ਮਸਤੂਦ ਗਰਬੂ ਨਾਦਾਰਦ ਹੈ ਸਮਸਤ। ਇਨਸਾਨ ਕੌਣ ਹੈ? ਜਿਹਦੇ 'ਚ ਇਨਸਾਨੀਅਤ ਹੈ। ਤੇ ਗੁਰੂ ਨਾਲੋਂ ਵੱਧ ਕੇ ਪਾਠ ਇਹ ਕੌਣ ਇਨਸਾਨੀਅਤ ਦਾ ਪੜ੍ਹਾ ਸਕਦਾ ਹੈ? ਜੋ ਸ਼ਰਨ ਆਇਆ ਦੁਖੀਆਂ ਨੂੰ ਰੱਖਦਾ ਹੈ। ਮਹਾਰਾਜ ਪਾਤਸ਼ਾਹ ਦੇ ਦਰ ਤੇ ਹਿੰਦੂ ਆਏ, ਉਹਨੇ ਰੱਖਿਆ ਹੈ। ਮੁਸਲਮਾਨ ਆਉਂਦੇ, ਉਹ ਰੱਖਦਾ। ਉਹ ਕੋਈ ਖੇਤਰੀ ਚਾਦਰ ਨਹੀਂ ਹੈ, ਇੱਕ ਧਰਮ ਦੀ ਚਾਦਰ ਨਹੀਂ ਹੈ। ਜੰਝੂ ਦਾ ਰਾਖਾ ਤਾਂ ਕਿਹਾ ਕਿਉਂਕਿ ਉਸ ਦਿਨ ਇਨਸਾਨੀਅਤ ਚੋਂ ਜਿਹੜਾ ਅੰਸ਼ ਆਇਆ ਸੀ, ਡੁੱਬ ਰਿਹਾ ਸੀ, ਉਹ ਸਨਾਤਨ ਮਤ ਸੀ। ਗੁਰੂ ਚਾਦਰ ਬਣ ਗਿਆ, ਗੁਰੂ ਨੇ ਸਨਾਤਨ ਮਤ ਦੀ ਪੱਤ ਢੱਕ ਲਈ। ਇਹ ਬੋਲ ਗੁਰੂ ਹਰਗੋਬਿੰਦ ਸਾਹਿਬ ਦੇ ਸਨ। ਪਿਛੇਨ ਗੋਈ ਕੀਤੀ ਸੀ, ਭਵਿੱਖਬਾਣੀ ਕੀਤੀ ਸੀ। ਐ ਬੀਬੀ ਨਾਨਕੀ, ਅੱਜ ਤੇਰੇ ਲਖਤੇ ਜਿਗਰ ਨੇ ਕਿਸੇ ਨੰਗੇ ਦੇ ਤਨ ਨੂੰ ਕੱਜਣ ਲਈ ਇਹ ਤਨ ਦਾ ਲਿਬਾਸ ਵਾਰਿਆ ਏ। ਕੱਲ ਨੂੰ ਦੀਨ ਨੂੰ ਕੱਜਣ ਦੇ ਲਈ ਇਹ ਤਨ ਦਾ ਜਿਹੜਾ ਚਾਦਰਾ ਹੈ, ਉਹ ਵੀ ਇਹਨਾਂ ਨੂੰ ਪਹਿਨਾ ਕੇ ਦੀਨ ਦੀ ਇੱਜ਼ਤ ਆਬਰੂ ਢੱਕ ਲਵੇਗਾ, ਆਪਾ ਵਾਰ ਦਵੇਗਾ, ਸ਼ਹਾਦਤ ਦੀ ਅਵਧੀ ਮਾਣ ਲਵੇਗਾ। ਐਸਾ ਹੀ ਹੁੰਦਾ ਹੈ। ਗੁਰੂ ਮਹਾਰਾਜ ਦੇ ਬੋਲ ਸੱਚ ਹੁੰਦੇ ਨੇ, ਕਿਉਂਕਿ ਚੌਹਾਂ ਯੁੱਗਾਂ ਵਿੱਚ ਮੌਜੂਦ ਨੇ। ਜਾਣਦੇ ਨੇ ਗਾ ਕੀ ਹੋਣਾ ਹੈ। ਤੂੰ ਸਤਿਗੁਰ ਚਾਹੋ ਜੁਗੀ ਆਪ ਆਪੇ ਪਰਮੇਸ਼ਰ। ਥਰੂ ਆਊਟ ਦਾ 4 ਏਜਸ, ਥਰੂ ਆਊਟ ਆਲ ਦਾ ਯੁਗਾਸ, ਹਰ ਯੁੱਗ ਦੇ ਵਿੱਚ ਗੁਰੂ ਮੌਜੂਦ ਹੈ। ਹਰ ਯੁੱਗ ਬਾਬਤ ਉਹ ਜਾਣਦਾ ਹੈ। ਖੈਰ, ਉਹ ਸ੍ਰਿਸ਼ਟੀ ਦੀ ਚਾਦਰ ਨੇ ਪਾਤਸ਼ਾਹ। ਸਨਾਤਨ ਮਤ ਨੂੰ ਮਹਾਰਾਜ ਨੇ ਰੱਖਣਾ ਕੀਤਾ। ਤੇ ਬਾਣੀ ਕਹਿੰਦੀ ਹੈ, ਗੁਰੂ ਤੋਂ ਬਿਨਾਂ ਕੋਈ ਸੱਜਣ ਨਾ ਬਣਾਈ। ਕਿਰਪਾ ਰਾਮਦੱਤ ਤੋਂ ਕਦੇ ਪੁੱਛ ਕੇ ਦੇਖੀ, ਕਿਤੇ ਆ ਜਾਵੇ ਨਾ ਤੇਰੇ ਸਾਵੇਂ, ਤੇ ਪੁੱਛੀ ਵੀ ਸੱਜਣ ਬੜੇ ਸਨ, ਦੇਵੀ ਦੇਵਤੇ ਬੜੇ ਧਿਆਏ ਸਨ, ਕਿਸੇ ਨੇ ਬਾਂਹ ਨਹੀਂ ਫੜੀ। ਇਹ ਗੁਰੂ ਹੀ ਅਖੀਰ ਤੁਹਾਡੀ ਰੱਖਿਆ ਕਰ ਪਾਇਆ ਹੈ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵੀ ਬੋਲ ਨੇ, ਤੇ ਕਿਰਪਾ ਰਾਮਦੱਤ ਵਰਗੇ ਦੁਖਿਆਰਿਆਂ ਦੇ ਹਿਰਦੇ ਚੋਂ ਵੀ ਇਹੀ ਬੋਲ ਨਿਕਲਨੇ ਨੇ। ਮੀਤ ਸਖੇ ਕੇਤੇ ਜਗ ਮਾਹੀ, ਬਿਨ ਗੁਰ ਪਰਮੇਸ਼ਰ ਕੋਈ ਨਾਹੀ। ਸੱਜਣ ਬੜੇ ਹੋਣਗੇ, ਪਰ ਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ। ਦੇਰ ਇਜ਼ ਨੋ ਵਨ ਵਿਦਾਊਟ ਦਾ ਟ੍ਰਾਂਸੈਂਡੈਂਟ ਲਾਰਡ, ਵਿਦਾਊਟ ਗੁਰੂ ਨਾਨਕ। ਗੁਰੂ ਤੇਗ ਬਹਾਦਰ ਕਹਿੰਦੇ, ਗੁਰ ਕੀ ਸੇਵਾ
ਮੁਕਤ ਪਰਾਇਣ ਅਨ ਦਿਨ ਕੀਰਤਨ ਕੀਨਾ ਹੈ। ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਨਿਜਾਤ ਪਾਉਂਦਾ ਹੈ, ਲਿਬਰੇਸ਼ਨ ਪਾਉਂਦਾ ਹੈ, ਐਮੈਂਸੀਪੇਸ਼ਨ ਪਾਉਂਦਾ ਹੈ, ਮੁਕਤੀ ਪਾਉਂਦਾ ਹੈ। ਚਾਹੇ ਵਿਕਾਰਾਂ ਦੇ ਬੰਧਨ ਨੇ, ਚਾਹੇ ਪ੍ਰਤੱਖ ਪੈਰਾਂ ਦੀਆਂ ਬੇੜੀਆਂ ਨੇ, ਕੋਈ ਵੀ ਬੰਧਨ ਹੋਵੇ ਗੁਰੂ ਹੀ ਕੱਟਣ ਦੇ ਯੋਗ ਹੈ। ਗੁਰੂ ਦੀ ਸ਼ਰਨ ਆਇਆ ਹੀ ਗੱਲ ਬਣਦੀ ਹੈ। ਐਸੇ ਮਹਾਰਾਜ ਨੇ ਬਚਪਨ ਵਿੱਚ ਹੀ ਉਹਨਾਂ ਬਾਬਤ ਤੇ ਬੋਲ ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤੇ। ਸਾਡੇ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਥੋੜ੍ਹੀ ਜਿਹੀ ਉਮਰ ਵੱਡੀ ਹੁੰਦੀ ਹੈ, 12 ਕੁ ਵਰ੍ਹਿਆਂ ਦੇ ਹੋਏ, ਬਚਪਨ ਚੋਂ ਨਿਕਲੇ ਨੇ ਤੇ ਸਾਡੀ ਮਾਂ ਗੁਜਰੀ, ਉਹ ਕਰਤਾਰਪੁਰ ਦੇ ਰਹਿਣ ਵਾਲੀ ਜੋ ਬੀਬੀ ਬਿਸ਼ਨ ਕੌਰ ਦੇ ਪਾਕ ਘਰ ਦੇ ਵਿੱਚ ਪ੍ਰਗਟ ਹੋਈ, ਪਿਤਾ ਲਾਲ ਚੰਦ ਦੇ ਗ੍ਰਹਿ ਵਿਖੇ ਖੇਡੀ, ਉਹਦੇ ਨਾਲ ਗੁਰੂ ਸਾਹਿਬ ਦਾ ਜਿਹੜਾ ਹੈ ਆਨੰਦ ਕਾਰਜ ਹੁੰਦਾ ਹੈ। ਬਾਣੀ ਦਾ ਇੱਕ ਪਾਕ ਫੁਰਮਾਨ ਹੈ, ਬੀਬੀਆਂ ਆਖਣਗੀਆਂ ਰੱਬ ਵਰਗਾ ਖਸਮ ਮਿਲੇ। ਕਿਤਨੀ ਬੰਦਗੀ ਹੋਵੇਗੀ, ਮਾਂ ਗੁਜਰੀ ਦੀ ਰੱਬ ਵਰਗਾ ਖਸਮ ਨਹੀਂ ਮਿਲਿਆ। ਜੋ ਖੁਦਾਇਆ ਹੈ ਉਹੀ ਗੁਰੂ ਦੇ ਰੂਪ ਵਿੱਚ ਖਸਮ ਹੋ ਕੇ ਮਿਲਿਆ ਹੈ। ਗੁਰੂ ਰੱਬ ਵਰਗਾ ਨਹੀਂ ਹੈ। ਸਤਿਗੁਰ ਜੇਵੜ ਅਵਰ ਨਾ ਕੋਏ, ਗੁਰਪਾਲ ਬ੍ਰਹਮ ਪਰਮੇਸ਼ਰ ਸੋਏ। ਗੁਰੂ ਰੱਬ ਹੈ। ਰੱਬ ਵਰਗਾ ਤੇ ਆਪਾਂ ਸਾਧੂਆਂ ਨੂੰ ਵੀ ਕਹਿ ਦਿੰਦੇ, ਉਹ ਸੱਚ ਬੋਲਦਾ, ਇਹ ਰੱਬ ਵਰਗਾ। ਉਹ ਸੰਤੋਖੀ ਹੈ, ਇਹ ਵੀ ਰੱਬ ਵਰਗਾ। ਰੱਬ ਵਰਗੇ ਬੜੇ ਮਿਲ ਜਾਂਦੇ ਨੇ, ਪਰ ਯਾਦ ਰੱਖਿਓ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਦਾ ਘਰ, ਗੁਰੂ ਨਾਨਕ ਦਾ ਤਖਤ, ਦਸੋ ਸਰਗੁਣ ਸਰੂਪ ਰੱਬ ਵਰਗੇ ਨਹੀਂ, ਉਹ ਹੈ ਹੀ ਰੱਬ ਨੇ। ਰੱਬ ਖਸਮ ਦੇ ਤੌਰ ਤੇ ਮਿਲ ਗਿਆ ਮਾਂ ਗੁਜਰੀ ਨੂੰ। ਹੁਣ ਨਾਮ ਰੱਖਿਆ ਸੀ ਤੇਗ ਬਹਾਦਰ। ਗੁਰੂ ਹਰਗੋਬਿੰਦ ਸਾਹਿਬ ਨੇ ਨਾਮਕਰਨ ਕੀਤਾ ਸੀ। ਪੈਂਦੇ ਖਾਂ ਕਾਲੇ ਖਾਂ ਲੱਖ ਦੇ ਇਰਦ ਗਿਰਦ ਫੌਜਾਂ ਲੈ ਕੇ ਸ਼ਾਹਜਹਾਨ ਵੱਲੋਂ ਗੁਰੂ ਤੇ ਧਾਵਾ ਬੋਲਦੇ ਨੇ। ਕਰਤਾਰਪੁਰ ਮਹਾਰਾਜ ਮੌਜੂਦ ਸਨ। ਕਵੀ ਸੰਤੋਖ ਸਿੰਘ ਮਹਾਰਾਜ ਕਹਿੰਦੇ ਨਾਮਜੂ ਤੇਗ ਬਹਾਦਰ ਸੀ, ਤੇਗ ਕੱਢ ਲਈ ਹੈ ਮਿਆਨ ਚੋਂ, ਦਸਤ ਵਿੱਚ ਆ ਗਈ ਹੈ ਤਲਵਾਰ। ਉਹ ਗੁਰੂ ਕੇ ਮਹਿਲ ਮਾਤਾ ਗੁਜਰੀ ਅਟਾਰੀ ਤੇ ਖਲੋਤੇ ਨੇ ਕਰਤਾਰਪੁਰ ਵਾਰੇ ਮਹਿਲਾਂ ਦੀ, ਤੇ ਨਾਲ ਮਾਂ ਨਾਨਕੀ ਖਲੋਤੀ ਹੈ। ਇੱਕ ਆਪਣੇ ਸਿਰ ਦੇ ਸਾਈਂ ਦਾ ਜੰਗ ਵਹਿੰਦੀ ਹੈ, ਦੂਜੀ ਆਪਣੇ ਲਖਤੇ ਜਿਗਰ ਦਾ ਜੰਗ ਵਹਿੰਦੀ ਹੈ। ਆਪਣੀ ਨਹੁੰ ਨੂੰ ਲੈ ਕੇ ਮਾਂ ਖਲੋਤੀ ਸੀ ਤੇ ਕਵੀ ਜੀ ਕਹਿੰਦੇ ਸ੍ਰੀ ਤੇਗ ਬਹਾਦਰ ਫਿਰਤ ਮਾਹੇ, ਬਰਜੰਤ ਬਹੁਤ ਕਰ ਹਟਤ ਨਾਹੇ। ਮੈਦਾਨੇ ਜੰਗ ਵਿੱਚ ਆਹੂ ਲਾਉਂਦੇ ਫਿਰਦੇ ਨੇ। 14 ਵਰ੍ਹਿਆਂ ਦੀ ਉਮਰ ਹੈ ਤੇ ਮਾਤਾ ਨਾਨਕੀ ਜੀ ਨੇ ਇੱਕ ਕਾਸਿਦ ਨੂੰ ਭੇਜਿਆ, ਹਲਕਾਰੇ ਨੂੰ, ਸਿੱਖ ਨੂੰ, ਜਾਓ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨੂੰ ਚੀਰਦੇ ਹੋਏ ਮੇਰੇ ਲਖਤੇ ਜਿਗਰ ਨੂੰ ਆਖੋ ਵੀ ਬੜਾ ਜੰਗ ਲੜ ਲਿਆ ਹੈ, ਹੁਣ ਮਹਿਲਾਂ ਵੱਲ ਨੂੰ ਆ ਜਾਓ। ਤੁਹਾਡੇ ਪਿਤਾ ਮੌਜੂਦ ਨੇ ਜੰਗ ਵਿੱਚ, ਖੁਰਾ ਖੋਜੋ ਨਾ ਆਪੇ ਮਿਟਾ ਦੇਣਾ ਦੁਸ਼ਮਣਾਂ ਦਾ। ਅਟਾਰੀ ਤੇ ਖਲੋਤੇ ਸਨ। ਸੁਨੇਹਾ ਭੇਜਿਆ ਏ ਗੁਰ ਮਹਿਲ ਅਟਾਰੀ, ਜਹ ਉਤੰਗ ਤਹ ਚੜੀ ਨਾਨਕੀ ਪਿਖੈ ਜੰਗ। ਨਿਜ ਨੁਖਾ ਸਹਿਤ ਸੁਨ ਅਦਕ ਰੌਰ, ਨਿਜ ਨੁਖਾ ਸੰਗ ਸੁਨ ਅਦਕ ਰੌਰ। ਨਰ ਮ੍ਰਿਤਕ ਹੈਨ ਲਖ ਠੌਰ ਠੌਰ। ਰੌਲਾ ਪੈਂਦਾ ਮੈਦਾਨੇ ਜੰਗ ਦਾ, ਮਾਂ ਵੇਂਦੀ ਹੈ, ਦੁਸ਼ਮਣ ਡਿੱਗਦੇ ਨੇ। ਉਹ ਸਿੱਖ ਦੁਸ਼ਮਣਾਂ ਨੂੰ ਚੀਰਦਾ ਗੁਰਾਂ ਦੇ ਪਾਸ ਪਹੁੰਚਿਆ ਹੈ। ਮਾਂ ਦਾ ਹੁਕਮ ਆਇਆ ਹੈ, ਹੁਣ ਆ ਜਾਓ ਕਰਨ ਨੂੰ। ਨਾਮ ਤੇਗ ਬਹਾਦਰ ਸੀ। ਜਵਾਬ ਵੀ ਗਲੂਏ ਚੋਂ ਤਲਵਾਰ ਵਰਗਾ ਤਿੱਖਾ ਦਿੱਤਾ ਹੈ। ਕਹਿੰਦੇ ਮਾਂ ਨੂੰ ਬੇਨਤੀ ਕਰ ਦਿਓ, ਜਿਹੜੇ ਛਤਰੀ ਸੂਰਬੀਰ ਹੁੰਦੇ ਨੇ ਉਹਨਾਂ ਦਾ ਇੱਕ ਸੁਭਾਅ ਹੁੰਦਾ ਹੈ, ਰਣ ਤਿਆਗ ਦੇਨ ਇਹੋ ਧਰਮ ਨਾਹੇ। ਰਣ ਤਿਆਗ ਦੇਨ ਇਹੋ ਧਰਮ ਨਾਹੇ। ਰਨ ਰਿਪਨ ਹਨੇ ਹਮ ਜੰਗ ਮਾਹੇ। ਮਾਂ ਸੂਰਮਿਆਂ ਦਾ ਧਰਮ ਹੈ ਮੈਦਾਨੇ ਜੰਗ ਵਿੱਚ ਜੂਝਦੇ ਰਹਿਣਾ। ਜਾਂ ਤੇ ਜੰਗ ਜਿੱਤ ਕੇ ਮੁੜਦਾ ਹੈ ਸੂਰਮਾ, ਤੇ ਜਾਂ ਲੋਥ ਦੇ ਰੂਪ ਵਿੱਚ ਸ਼ਹਾਦਤ ਦੀ ਅਵਧੀ ਮਾਣ ਕੇ ਮੁੜਦਾ ਹੈ। ਜਿਉਂਦਿਆਂ ਜੀ ਸੂਰੇ ਕਦੇ ਪਿੱਠ ਦੇ ਕੇ ਮੈਦਾਨ ਨੂੰ ਮਾਂ ਨਹੀਂ ਮੁੜਦੇ। ਇਹ ਸਿਧਾਂਤ ਹੈ ਸਿੱਖ ਜਗਤ ਦਾ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੈ ਹੇਤ। ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਗੁਰਾਂ ਦਾ ਸੁਭਾਅ ਕੁਝ ਐਸਾ ਹੈ। ਸੂਰਿਆਂ ਦਾ ਸੁਭਾਅ ਦੀਨ ਲਈ ਸਿਰ ਦੇਣ ਵਾਲਾ ਹੁੰਦਾ ਹੈ।
ਕਾਲੇ ਖਾਂ ਪੈਂਦੇ ਖਾਂ ਮੈਦਾਨੇ ਜੰਗ ਵਿੱਚ ਮਾਰੇ ਜਾਂਦੇ ਨੇ। ਮੁੱਠੀ ਪਰ ਸਿੱਖ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮੁਗਲੀਆ ਫੌਜਾਂ ਦਾ ਖੁਰਾ ਖੋਜ ਮਿਟਾ ਦਿੰਦੇ ਨੇ। ਜੰਗ ਜਿੱਤੀ ਜਾਂਦੀ ਹੈ। ਕਈ ਵਾਰ ਨਾ ਅਸੀਂ ਕੁਤਰਕ ਸਾਧ ਲੈਨੇ ਆ, ਲੈ ਸਾਥੋਂ ਤੇ ਦੋਵਾਂ ਚੌਹਾਂ ਨਾਲ ਲੜਿਆ ਨਹੀਂ ਜਾਂਦਾ, ਗੱਪਾਂ ਵੱਢੀ ਜਾਂਦੇ ਉਹ ਸਟੇਜ ਤੇ ਬੈਠੇ ਵੀ ਲੱਖ ਫੌਜ ਚੜ੍ਹ ਕੇ ਆਈ ਤੇ ਮੁੱਠੀ ਪਰ ਸਿੱਖ ਲੈ ਕੇ ਗੁਰੂ ਨੇ ਖੁਰਾ ਖੋਜ ਮਿਟਾਤਾ। ਆਪਣੇ ਤਲ ਤੇ ਗੁਰੂ ਨੂੰ ਬਿਠਾ ਕੇ ਨਾ ਸੋਚਿਆ ਕਰ, ਤੂੰ ਕੁੱਜਾ ਹੈ ਤੇ ਉਹ ਸਾਗਰ ਹੈ, ਤੂੰ ਅਲਪੱਗ ਹੈ ਉਹ ਸਰਬੱਗ ਹੈ। ਗੁਰੂ ਦੀ ਜਿਹੜੀ ਅਜ਼ਮਤ ਹੈ, ਬਾਣੀ ਕਹਿੰਦੀ ਹੈ ਸਤਿਗੁਰ ਨੂੰ ਅੱਪੜ ਕੋਏ ਨਾ ਸਕਈ, ਜਿਸ ਵੱਲ ਸਿਰਜਣ ਹਾਰਿਆ। ਗੁਰੂ ਦਾ ਨਿਰਗੁਣ ਸਰੂਪ ਖੁਦਾਇਆ ਗੁਰੂ ਵੱਲ ਹੈ। ਗੁਰੂ ਦੇ ਤਾਈਂ ਗਿਣਤੀਆਂ ਮਿਣਤੀਆਂ ਨਹੀਂ ਪਹੁੰਚ ਸਕਦੀਆਂ। ਗੁਰੂ ਨੂੰ ਨਾ ਕਿਸੇ ਗਿਣਤੀ ਮਿਣਤੀ ਦਾ ਡਰ ਹੈ। ਕਦੇ ਫਾਰਸੀ ਦੀ ਰਚਨਾ ਜ਼ਫਰਨਾਮੇ ਨੂੰ ਪੜ੍ਹਿਓ। ਗੁਰੂ ਗੋਬਿੰਦ ਸਿੰਘ ਕਹਿੰਦੇ ਚੂੰ ਹੱਕ ਯਾਰ ਬਾਸ਼ਦ ਚ ਦੁਸ਼ਮਨ ਕੂ ਨਦ, ਅਗਰ ਦੁਸ਼ਮਨੀ ਰਾ ਬਾਸ਼ਦ ਤਨ ਕੂ ਨਦ। ਯਾਰ ਹੋਵੇ ਖੁਦਾਇਆ ਤੇ ਤੁਹਾਡੇ ਨਾਲੋਂ 100 ਗੁਣਾ ਵੱਧ ਕੇ ਦੁਸ਼ਮਣ ਆ ਜਾਵੇ, ਕਹਿੰਦੇ ਤੁਹਾਡਾ ਵਾਲ ਨਹੀਂ ਵਿੰਗਾ ਕਰ ਸਕਦਾ। ਜੇ ਰੱਬ ਤੁਹਾਡਾ ਯਾਰ ਹੋਵੇ, ਜੇ ਰੱਬ ਤੁਹਾਡਾ ਸਾਥੀ ਹੋਵੇ ਤੇ ਗੁਰੂ ਦਾ ਤੇ ਉਹ ਨਿਰਗੁਣ ਸਰੂਪ ਹੈ। ਗੁਰੂ ਨੂੰ ਕੌਣ ਹਰਾ ਸਕਦਾ ਹੈ? ਸੋ ਦੀਨ ਦੁਨੀਆ ਦੇ ਮਾਲਕ ਇਹ ਜੰਗ ਜਿੱਤਦੇ ਨੇ। ਕੀਰਤਪੁਰ ਸਾਹਿਬ ਨੂੰ ਚਾਲੇ ਪਾਏ ਜਾਂਦੇ ਨੇ। ਜਦੋਂ ਮਹਾਰਾਜ ਚਾਲੇ ਪਾਉਂਦੇ ਨੇ, ਨਾਲ ਸਾਰੇ ਮੁਖੀ ਸਿੱਖ ਨੇ। ਸਮਾਂ ਆਇਆ, ਵੇਖੋ ਜੀ, ਗੁਰੂ ਹਰਗੋਬਿੰਦ ਸਾਹਿਬ ਪੰਜ ਭੂਤਕ ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਹਰਰਾਏ ਸਾਹਿਬ ਨੂੰ ਤਖਤ ਦਾ ਵਾਰਸ ਸਥਾਪਦੇ ਨੇ। ਬਾਬਾ ਗੁਰੂ ਤੇਗ ਬਹਾਦਰ ਮਾਂ ਨਾਨਕੀ ਤੇ ਆਪਣੇ ਮਹਿਲ ਮਾਤਾ ਗੁਜਰੀ ਜੀ ਦੇ ਨਾਲ ਬਾਬਾ ਬਕਾਲਾ ਸਾਹਿਬ ਆ ਜਾਂਦੇ ਨੇ। ਬਾਬਾ ਬਕਾਲਾ ਸਾਹਿਬ ਪਹੁੰਚ ਜਾਂਦੇ ਨੇ। ਉਧਰ ਸਮਾਂ ਆਉਂਦਾ ਹੈ, ਗੁਰੂ ਹਰਰਾਏ ਸਾਹਿਬ ਪੰਜ ਭੂਤਕ ਸਰੀਰ ਤਿਆਗ ਕੇ ਆਪਣੀ ਅਗੰਮੀ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਵਿੱਚ ਟਿਕਾ ਜਾਂਦੇ ਨੇ। ਉਹ ਬਾਲਾ ਪ੍ਰੀਤਮ ਲੋਕਾਈ ਦੇ ਦੁੱਖ ਹਰਦੇ ਹੋਏ ਦਿੱਲੀ ਦੇ ਵਿੱਚ ਜਦੋਂ ਪੰਜ ਭੂਤਕ ਸਰੀਰ ਤਿਆਗਣ ਲੱਗਦੇ ਨੇ ਨਾ, ਤੇ ਸਿੱਖਾਂ ਪੁੱਛਿਆ, ਬਾਪੂ ਕਿਹਦੇ ਲੜ ਲਾ ਕੇ ਚੱਲਿਆ ਹੈ? ਸਾਡਾ ਵਾਲੀ ਵਾਰਸ ਕੌਣ ਹੋਵੇਗਾ? ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ, ਬੋਲੇ ਸਭਨ ਸੁਣਾਏ ਵਿਸਾਲੇ, ਬਸ ਹੈ ਬਾਬਾ ਬੀਚ ਬਕਾਲੇ। ਸਾਰਿਆਂ ਨੂੰ ਸੁਣਾ ਕੇ ਗਲੂਏ ਚੋਂ ਬੋਲ ਪ੍ਰਗਟ ਕੀਤੇ। ਉਹ ਬਾਬਾ ਬਕਾਲੇ ਰਹਿੰਦਾ ਜੇ, ਲੱਭ ਲਓ ਜਾ ਕੇ। ਜਾਣਦੇ ਨੇ ਹਰ ਬੰਦਾ ਹੀਰੇ ਦੀ ਪਰਖ ਕਰਨੀ ਨਹੀਂ ਜਾਣਦਾ। ਕਈ ਕੱਚ ਨੂੰ ਹੀਰਾ ਸਮਝ ਲੈਂਦੇ ਨੇ। ਜਿਹੜੇ ਪਾਰਖੂ ਹੋਏ ਲੱਭ ਲੈਣਗੇ। ਉਹ ਜਦੋਂ ਰੌਲਾ ਪੈ ਗਿਆ ਵੀ ਬਾਬਾ ਬਕਾਲੇ ਆ, ਤੇ ਸੋਢੀ ਵੰਸ਼ ਦੇ ਜਿੰਨੇ ਵੀ ਪੁੱਤ ਪੋਤਰੇ ਜੋ ਗਿਣਤੀ ਮਿਣਤੀ ਸੀ ਮੰਜੀਆਂ ਢਾਹ ਢਾਹ ਕੇ ਬਹਿ ਗਈ। ਕਹਿ ਦਿੱਤਾ ਜਾਂਦਾ ਜੀ 22 ਮੰਜੀਆਂ ਤੇ 22 ਗੁਰੂ ਬਣ ਕੇ ਬਹਿ ਗਏ। ਉਹ ਸਾਰੇ ਗੁਰੂ ਅਖਵਾਉਣ ਲੱਗੇ। ਘਾਟ ਨਾ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ। ਸਾਰੇ ਹੀ ਗੁਰੂ ਅਖਵਾਉਣ ਲੱਗ ਪਏ। ਜਿੰਨਾ ਚਿਰ ਰੱਬੀ ਰਸ ਨੂੰ ਮਾਣਿਆ ਨਾ ਹੋਵੇ, ਉਹਨਾਂ ਚਿਰ ਮਹਾਂਪੁਰਸ਼ਾਂ ਦੀ ਪਹਿਚਾਣ ਨਹੀਂ ਹੁੰਦੀ। ਜਿਹੜਾ ਅਸਲ ਗੁਰੂ ਸੀ ਨਾ, ਸੋਢੀ ਵੰਸ਼ ਦਾ ਮਾਲਕ, ਉਹ ਤੇ ਭੋਰੇ ਵਿੱਚ ਬੈਠਾ ਹੈ ਤੇ 26 ਵਰੇ ਹੋ ਗਏ ਨੇ। 26 ਆਪਣੇ ਨਿਰਗੁਣ ਦੀ ਯਾਦ ਵਿੱਚ ਚੌਂਕੜਾ ਲਾ ਕੇ ਬੈਠਾ ਹੈ ਤੇ ਕੱਚ ਮੰਜੀਆਂ ਤੇ ਬੈਠਾ ਹੈ ਪੂਜਾ ਕਰਵਾਉਣ ਨੂੰ, ਤੇ ਹੀਰਾ ਛਿਪਿਆ ਹੋਇਆ। ਹੀਰੇ ਵੈਸੇ ਵੀ ਖਾਨਾਂ ਚੋਂ ਹੀ ਲੱਭਦੇ ਨੇ, ਸ਼ਰੇਆਮ ਨਹੀਂ ਏਦਾਂ ਰੁਲਦੇ ਫਿਰਦੇ। ਉਹ ਰੱਬੀ ਰਸਕ ਮਾਨਣ ਵਾਲਾ ਇੱਕ ਮਹਾਂਪੁਰਸ਼ ਅੱਜ ਆਇਆ, ਲੱਭਦਾ ਲਭਾਉਂਦਾ ਆਇਆ। ਨਾਮ ਸੀ ਉਹਦਾ ਬਾਬਾ ਮੱਖਣ ਸ਼ਾਹ ਲੁਬਾਣਾ। ਉਹਨੇ 2-2 4-4 ਮੋਹਰਾਂ ਉਹ ਜਿਹੜੇ ਮੰਜੀਆਂ ਢਾਹ ਕੇ ਬੈਠੇ ਸੀ ਮੱਥਾ ਟੇਕਿਆ, ਪਰ ਮਨ ਨੂੰ ਤਸੱਲੀ ਨਾ ਆਈ। ਬਾਜ਼ਾਰ ਵਿੱਚ ਪੁੱਛਦਾ ਹੈ ਵੀ ਕੋਈ ਹੋਰ ਸੋਢੀ ਹੋਵੇ। ਉਹ ਅੱਗੇ ਲੋਕ ਅੱਕੇ ਨੇ ਉਹਨਾਂ ਬਾਈਆਂ ਤੋਂ, ਕਹਿੰਦੇ ਵੀ ਬਾਈਆਂ ਨਾਲ ਨਹੀਂ ਸਰਿਆ, ਹੁਣ ਤੈਨੂੰ 23ਵਾਂ ਚਾਹੀਦਾ ਹੈ। ਤੇ ਜੇ ਨਹੀਂ ਸਰਦਾ ਤੇ ਤੈਨੂੰ ਦੱਸ ਦਈਏ, ਤੇਗਾ ਕਮਲਾ ਕਹਿੰਦੇ ਨੇ ਉਸ ਨੂੰ। ਖੁਦ ਖੁਦਾ ਲਈ ਲਫ਼ਜ਼ ਵਰਤੇ ਕਮਲਾ। ਉਹ ਭੋਰੇ ਵਿੱਚ ਰਹਿੰਦਾ ਹੀ ਤੇ ਕਮਲਾ ਇਸ ਲਈ ਕਹਿੰਦੇ ਨੇ ਕਿਸੇ ਦੇ ਮੱਥੇ ਨਹੀਂ ਲੱਗਦਾ ਉਹ। ਤੇ ਜਾ ਜਾ ਕੇ ਉਹਨੂੰ ਮਿਲ ਲਾ, ਸ਼ਾਇਦ ਤੈਨੂੰ ਕੋਈ ਤਸੱਲੀ ਮਿਲ ਜਾਵੇ। ਦੌੜਿਆ ਗਿਆ ਹੈ। ਉੱਥੇ ਵੈਰਾਗ ਦੀ ਮੂਰਤ ਭੋਰੇ ਵਿੱਚ ਬੈਠੀ ਹੈ।
दरवाजा लगा है ते त्याग दी मूरत मां गुजरी भोरे दे बाहर बैठी है ते झोली अड के कहंदा मां मैनू दीदारे करवा मेरे मुरशद दे जो भोरे विच बैठा है। मां कहंदी अखंड समाधि विच बैठे ने। यह भी लफ्ज़ वरतिया सी ना गुरु हरगोबिंद साहिब ने, अखंड इहदी समाधि अडोल होवेगी, ये अखंड समाधि दा मालक होवेगा। तां सजदा कीता बाबा बिधि चंद जी इहदे चरनां वल बैठे सन। मां नूं जाके बेनती कीती, मां कहंदी झिड़कां पैणगीआं, कहंदा मां झोली च पवा लवांगा, दर्शन करवा। मां ने दरवाजा खोलिया है। इस गल का ध्यान रखियो, जिहड़ा लुबाणा लफ्ज़ आपां वरतदे हैं ना, बाणा बनता है बाणीए तो, लू बाणा लू बनिया है लूण तो, लूण दे बाणीए। बाबा सौण जी लूण दे वड्डे कारोबारी सन। ये गुरु नानक दी बख्शिश नाल गुर कै बचन कीनो राज जोग, वड्डा राजा जोगी सी। गुरु नानक दी बरकत नाल बड़ा अमीर हो निबड़िया सी, रब नाल भी जुड़िया सी, जोगी भी सी ते राजा भी सी। उहदे परिवार चों ये बाबा मक्खण शाह लुबाणा सी। जेलम दे इलाके विच इन्हां दा वड्डा कारोबार सी, लूण दे वपारी सन। इहदा जहाज ਵਪਾਰ ਕਰਨ ਗਿਆ ਸੀ, ਆਪ ਵੀ ਨਾਲ ਹੀ ਸੀ। ਤਕਰੀਬਨ 500 ਸਿਪਾਹੀ ਇਹਦੇ ਨਾਲ ਰਿਹਾ ਕਰਦਾ ਸੀ, ਹਜ਼ਾਰਾਂ ਹੀ ਇਹਦੇ ਗੱਡੇ ਬੈਲ ਚੱਲਦੇ ਸਨ। ਮੱਖਣ ਸ਼ਾਹ ਲੁਬਾਣਾ ਹੁਤੋ ਸਿੱਖ, ਦੱਖਣ ਦਹੇਸ਼ ਰਹਾਵਨ ਵਾਰੋ, ਬੈਲ ਚਲੈ ਇੱਕ ਲਾਖ ਤਿਸੈ ਅਰਖੇਪ, ਜਹਾਜਨ ਕੋ ਬਨਜਾਰੋ। ਗਿਆਨੀ ਗਿਆਨ ਸਿੰਘ ਕਹਿੰਦੇ ਵੱਡਾ ਵਪਾਰੀ ਸੀ ਇਹ। ਉਹ ਜਹਾਜ਼ ਡੁੱਬ ਚੱਲਿਆ ਸੀ। ਉਹ ਜਿਹੜਾ 500 ਸਾਥੀ ਸੀ ਨਾ, ਅੱਜ ਉਹ ਵੀ ਜਹਾਜ਼ ਨੂੰ ਬੰਨੇ ਨਾ ਲਾ ਸਕਿਆ। ਹੁਤੇ ਸਵਾਰ ਪੰਚ ਸੈ ਸੰਗ, ਉਠਾਏ ਤੀਰ ਤੁਰੰਗ ਤੁਫੰਗ। ਉਹ ਜਿਹੜੇ ਨਾਲ 500 ਚੇਲੇ ਸੀ ਨਾ, ਤਲਵਾਰਾਂ ਰਫਲਾਂ ਤੀਰ ਲੈ ਕੇ ਰਹਿੰਦੇ ਸਨ। ਬਰੇਤੇ ਵਿੱਚ ਜਹਾਜ਼ ਫਸਿਆ, ਧੱਕਾ ਧੁੱਕਾ ਲਾਇਆ, ਗੱਲ ਨਾ ਬਣੀ। ਤਰਲਾ ਲਿਆ, ਯਾਦ ਆ ਗਈ ਗੁਰੂ ਨਾਨਕ ਦੀ, ਅਬ ਸਤਿਗੁਰ ਹੀ ਬਨੈ ਸਹਾਈ, ਨਾ ਹੈ ਅਪਰਨ ਕੀ ਗਤ ਜਿਹੇ ਥਾਈ। ਕਹਿੰਦੇ ਹੁਣ ਗੁਰੂ ਸਹਾਇਤਾ ਕਰ ਸਕਦਾ ਹੈ, ਹੋਰ ਕੋਈ ਨਹੀਂ। ਅਰਦਾਸ ਕੀਤੀ ਪਾਤਸ਼ਾਹ ਅੱਗੇ, ਤੇ ਉਹਦਾ ਕੀ ਸੁਭਾਅ ਹੈ, ਦੇ ਕੰਨ ਸੁਣੋ ਅਰਦਾਸ ਜੀਓ, ਠੋਕ ਵਜਾਏ ਸਭ ਡਿਠੀਆ, ਤੁਸ ਆਪੇ ਲਇਨ ਛਡਾਏ ਜੀਓ। ਅਰਦਾਸ ਸੁਣਦਾ ਹੈ ਕੰਨ ਦੇ ਕੇ। ਉਹਦਾ ਇੱਕ ਸੁਭਾਅ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ। ਸਾਡੇ ਬਾਪੂ ਦਾ ਜ਼ੋਰ ਹਰ ਜ਼ਰੇ ਵਿੱਚ ਚੱਲਦਾ ਹੈ। ਉਹ ਖੈਰ ਜਹਾਜ਼ ਯਾਦ ਕਰਦਿਆਂ ਹੀ ਬਰੇਤੇ ਤੋਂ ਚੱਲ ਪਿਆ। ਇਸ ਕਾਰਨ ਆਇਆ ਹੈ, ਸੁਖਣਾ ਸੁਖੀ ਸੀ ਵੀ ਜਹਾਜ਼ ਨਾ ਡੁੱਬੇ ਤੇ 500 ਮੋਹਰ ਚੜਾਵਾਂਗਾ। ਉਹ 2-2 4-4 ਮੋਹਰਾਂ ਸੋਢੀਆਂ ਅੱਗੇ ਰੱਖੀਆਂ। ਕਿਸੇ ਨੇ ਜੋ ਅੰਦਰ ਦੀ ਇੱਛਾ ਸੀ, ਜੋ ਅੰਦਰ ਦਾ ਖਿਆਲਾਤ ਸੀ ਬਾਬਾ ਮੱਖਣ ਸ਼ਾਹ ਦੇ, ਉਹ ਨਾ ਬੁੱਝਿਆ। ਤਸੱਲੀ ਨਹੀਂ ਸੀ ਹੋਈ ਤੇ ਹੁਣ ਭੋਰੇ ਵਾਲੇ ਬਾਬੇ ਕੋਲ ਪਹੁੰਚ ਗਿਆ। ਦਰਵਾਜ਼ਾ ਮਾਂ ਨੇ ਖੋਲ੍ਹਿਆ, ਚਰਨਾਂ ਦੇ ਵਿੱਚ ਬੈਠਾ ਹੈ। ਜਦੋਂ ਚਰਨਾਂ ਦੇ ਵਿੱਚ ਜਾ ਕੇ ਬਾਬਾ ਮੱਖਣ ਸ਼ਾਹ ਝੁਕਦਾ ਹੈ ਨਾ, ਬੂਟੇ ਸ਼ਾਹ ਨੇ ਤਵਾਰੀਖੇ ਪੰਜਾਬ ਵਿੱਚ ਨਾ ਫਾਰਸੀ ਦੇ ਪਾਕ ਬੋਲ ਉਚਾਰੇ ਨੇ, ਊਰਾ ਦਰਵੇਸ਼ ਸੂਰਤ। ਕਹਿੰਦਾ ਉਹਦਾ ਜਿਹੜਾ ਚਿਹਰਾ ਸੀ ਨਾ, ਚਿਹਰਾ ਕਾਮਲ ਦਰਵੇਸ਼ਾਂ ਵਾਲਾ ਸੀ। ਗੁਰੂ ਤੇਗ ਬਹਾਦਰ ਦੀ ਜਿਹੜੀ ਸੂਰਤ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਤੱਕੀ ਹੈ, ਉਹ ਦਰਵੇਸ਼ਾਂ ਵਾਲੀ ਸੀ। ਉਹਦੇ ਚਿਹਰੇ ਦਾ ਨੂਰ ਤੱਕ ਕੇ ਨਾ ਕਦਮ ਬੋਸੀ ਕੀਤੀ, ਪੈਰ ਚੁੰਮੇ, ਸਿਰ ਝੁਕਾਇਆ ਬਾਬਾ ਮੱਖਣ ਸ਼ਾਹ ਨੇ। ਜਦੋਂ ਸਿਰ ਝੁਕਾ ਕੇ 2 ਮੋਹਰਾਂ ਰੱਖੀਆਂ, ਮਹਾਰਾਜ ਨੇ ਗੁੱਟੋਂ ਫੜ ਲਿਆ ਸੀ। ਬੂਟੇ ਸ਼ਾਹ ਨੇ ਬਚਨ ਕਿਹਾ, ਕਹਿੰਦਾ ਵਾਹ ਪਾਰਸਾ ਸੀਰਤ ਯਾਫਤ। ਉਹਦਾ ਸੁਭਾਅ ਵੇਖ ਕੇ ਹੀ ਕੀਲਿਆ ਗਿਆ ਸੀ ਬਾਬਾ ਮੱਖਣ ਸ਼ਾਹ। ਹੁਣ ਕੌਤਕ ਵੇਖ ਕੇ, ਹੁਣ ਅਗੰਮੀ ਬਰਕਤ ਵੇਖ ਕੇ ਕਿਉਂ ਨਾ ਕਦਮ ਬੋਸੀ ਕਰੇਗਾ। ਜਦੋਂ 2-4 ਮੋਹਰਾਂ ਰੱਖ ਕੇ ਮੱਥਾ ਟੇਕਿਆ, ਗੁੱਟੋਂ ਫੜ ਕੇ ਬਾਪੂ ਕਹਿੰਦਾ ਲੋੜ ਨਹੀਂ ਹੈ, ਮੋਹਰਾਂ ਚੁੱਕੋ ਤੇ ਇੱਥੋਂ ਜਾਓ, ਸਾਡੀ ਕੋਈ ਲੋੜ ਨਹੀਂ ਹੈ। ਅਕਾਲ ਪੁਰਖ ਦੇ ਗੀਤ ਗਾਉਂਦੇ ਆ, ਆਨੰਦ ਵਿੱਚ ਰਹਿੰਦੇ ਆ, ਤੇ ਜੇ ਮੋਹਰਾਂ ਰੱਖਣੀਆਂ ਹੀ ਨੇ ਤੇ ਜਿਹੜੀ ਮਨੌਤ ਮੰਨੀ ਹੈ ਨਾ,
ਜੋ ਅਮਾਨਤ ਹੈ ਗੁਰੂ ਘਰ ਦੀ, ਜਿਹੜੀ ਸੁਖਣਾ ਸੀ 500 ਮੋਹਰ ਦੀ, ਬਾਬਾ ਮੱਖਣ ਸ਼ਾਹ ਉਹ ਇੱਥੇ ਰੱਖ, ਤੇ ਜੇ 2 ਮੋਹਰਾਂ ਰੱਖਣੀਆਂ ਨੇ ਤੇ ਦੌੜ ਜਾਏ ਮੋਹਰਾਂ ਚੁੱਕ ਕੇ। ਇਹਨੂੰ ਇਹਨੂੰ ਕਹਿੰਦੇ ਨੇ ਬਿਨ ਬੋਲਿਆ ਸਭ ਕੁਛ ਜਾਣਦਾ। ਇਹਨੂੰ ਕਹਿੰਦੇ ਨੇ ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ, ਧਾਰਿਆ ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਨੈ। ਮੈਂ ਗੁਰੂ ਰਾਮਦਾਸ ਦਾ ਨਾਮ ਤਾਂ ਲਿਆ ਹੈ, ਦਸਾਂ ਵਿੱਚ ਜੋਤ ਇੱਕੋ ਹੀ ਹੈ, ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਕਈ ਕਹਿੰਦੇ ਗੁਰੂ 'ਚ ਕਰਾਮਾਤ ਨਹੀਂ। ਉਹ ਕਵਲਿਆ ਕਦੇ ਬਾਣੀ ਧਿਆਨ ਨਾਲ ਪੜ੍ਹ। ਵਿਦ ਆਲ ਦਾ ਸਪਿਰਚੁਅਲ ਪਾਵਰਸ, ਵਿਦ ਆਲ ਦਾ ਮਿਰਾਕੂਲਸ ਪਾਵਰਸ, that transcendent Lord, that pervading Lord, he himself is called Guru Nanak। ਕਦੇ ਇੰਗਲਿਸ਼ ਦੇ ਟੀਕਾਕਾਰਾਂ ਨੂੰ ਪੜ੍ਹ, ਖੁਦਾ ਸਾਰੀ ਕਰਾਮਾਤ ਲੈ ਕੇ ਦੁਨੀਆ ਤੇ ਆਇਆ ਤੇ ਬਾਬਾ ਨਾਨਕ ਕਹਾਇਆ। ਤੂੰ ਕਹਿੰਦਾ ਕਰਾਮਾਤ ਹੈ ਨਹੀਂ ਹੈ। ਅੰਦਰ ਦੀ ਲਈ ਬੁੱਝ, ਤੇ ਜਦੋਂ ਬੁੱਝ ਲਈ ਅੰਦਰ ਦੀ ਬਾਤ ਤੇ 500 ਮੋਹਰ ਰੱਖਣੀ ਪੈਣੀ ਸੀ, ਰੱਖ ਦਿੱਤੀ। ਤੇ ਫਿਰ ਸ਼ੰਕਾ ਆ ਗਿਆ ਵੀ ਤੁੱਕਾ ਚੱਲ ਗਿਆ ਹੋਣਾ ਗੁਰੂ ਦਾ। ਬਾਪੂ ਨੇ ਜਦੋਂ ਬਾਬਾ ਮੱਖਣ ਸ਼ਾਹ ਦੇ ਮਨ ਵਿੱਚ ਸ਼ੰਕਾ ਆਉਣ ਤੇ ਮੋਢੇ ਤੋਂ ਲਿਬਾਸ ਪਰਾਂ ਕੀਤਾ ਨਾ, ਤੇ ਉਹਨੂੰ ਕਹਿੰਦੇ ਬਾਬਾ ਮੱਖਣ ਸ਼ਾਹ ਇੱਧਰ ਵੇਖ, ਪਿੱਖ ਕੰਧ ਅਭੀ ਲਗ ਛੱਲਾ ਪਇਓ, ਜਾਨਤ ਤੂੰ ਇਹ ਝੱਲਾ ਪਇਓ। ਗਿਆਨੀ ਗਿਆਨ ਸਿੰਘ ਕਹਿੰਦੇ, ਮਹਾਰਾਜ ਕਹਿੰਦੇ ਇੱਧਰ ਦੇਖੋ ਬਾਬਾ ਮੱਖਣ ਸ਼ਾਹ, ਲੋਕਾਈ ਮੈਨੂੰ ਕਮਲਾ ਕਹਿੰਦੀ ਹੈ। ਲੋਕ ਕਹਿੰਦੇ ਨੇ ਰੱਬ ਦੇ ਗੀਤ ਗਾਉਣ ਵਾਲਾ ਜਿਹੜਾ ਹੋਰਾਂ ਦੇ ਗੀਤ ਨਹੀਂ ਗਾਉਂਦਾ, ਸੰਸਾਰ ਨਾਲ ਨਹੀਂ ਜੁੜਿਆ, ਨਿਰੰਕਾਰ ਨਾਲ ਜੁੜਿਆ ਹੈ, ਸ਼ਾਇਦ ਕਮਲਾ ਹੈ। ਉਹ ਤੂੰ ਕਮਲਾ ਸਮਝਦਾ ਹੈ ਵੀ ਮੈਂ ਵਾਹ ਦਵਾ ਬਚਨ ਕਰ ਰਿਹਾ ਹਾਂ, ਤੇਰਾ ਜਹਾਜ਼ ਡੁੱਬ ਜਾਣਾ ਸੀ। ਦੇਖ ਇਹ ਗਵਾਹ ਹੈ ਮੇਰਾ ਮੋਢਾ, ਜੋ ਮੋਢਾ ਤੇਰੇ ਜਹਾਜ਼ ਨੂੰ ਲੱਗਾ ਛਿੱਲਿਆ ਗਿਆ, ਪਰ ਤੇਰਾ ਜਹਾਜ਼ ਮੈਂ ਡੁੱਬਣ ਨਹੀਂ ਦਿੱਤਾ, ਭਵ ਸਾਗਰ ਤੋਂ ਪਾਰ ਲਾਇਆ ਹੈ। ਹੁਣ ਤੁਸੀਂ ਜੇ ਤਰਕ ਕਰੋ ਬੈਠਾ ਬਾਬੇ ਬਕਾਲੇ ਭੋਰੇ ਵਿੱਚ ਹੈ ਤੇ ਮੋਢੇ ਸਮੁੰਦਰਾਂ ਵਿੱਚ ਜਹਾਜ਼ਾਂ ਨੂੰ ਲਾਉਂਦਾ ਹੈ, ਇਹ ਸਾਖੀ ਤੇ ਹੋ ਗਈ ਝੂਠੀ। ਕਿਉਂਕਿ ਤੁਸੀਂ ਕਹਿ ਦਿੱਤਾ ਵੀ ਬਾਣੀ ਚੋਂ ਸਿੱਧ ਕਰੋ, ਤੇ ਆਓ ਬਾਣੀ ਨੂੰ ਪੁੱਛੀਏ ਵੀ ਬਾਪੂ ਕਰ ਸਕਦਾ ਏ। ਕਹਿੰਦੇ ਸਭ ਤੇ ਵੱਡ ਸਮਰੱਥ ਗੁਰਦੇਵ, ਕਹਿੰਦੇ ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਕਿਹੜੀ ਕਰਾਮਾਤ ਹੈ ਜਿਹੜੀ ਗੁਰੂ ਨਹੀਂ ਕਰ ਸਕਦਾ? ਚਾਹੇ ਤੇਰੇ ਜੀਵਨ ਦਾ ਜਹਾਜ਼ ਡੁੱਬ ਰਿਹਾ ਹੈ, ਤੂੰ ਵਿਕਾਰਾਂ ਵਿੱਚ ਗੋਤੇ ਖਾ ਰਿਹਾ ਹੈ, ਚਾਹੇ ਪ੍ਰਤੱਖ ਤਖਤੋ ਤਾਜ ਤੇਰੇ ਡੁੱਬ ਰਹੇ ਨੇ, ਆਈ ਕਿਤੇ ਬਾਪੂ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਤੇਰੇ ਡੁੱਬਦੇ ਹੋਏ ਜਹਾਜ਼ ਨੂੰ ਬੰਨੇ ਲਾਉਣ ਲਈ ਮੋਢਾ ਲਾ ਦੇਵੇਗਾ ਉਹ। ਖੇੜੇ ਵਿੱਚ ਆਇਆ ਬਾਬਾ ਮੱਖਣ ਸ਼ਾਹ, ਗੱਜ ਵੱਜ ਕੇ ਕਹਿੰਦਾ ਹੈ, ਫਿਰ ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਮੈਂ ਹੈਰਾਨ ਰਹਿ ਗਿਆ ਨਿਮਰਤਾ ਤੇ ਗੁਰੂ ਦੀ। ਤੇ ਸਾਡੇ ਪੱਲੇ ਵੀ ਕੁਝ ਨਹੀਂ ਹੁੰਦਾ ਤੇ ਦਾਵਾ ਪਏ ਕਰਦੇ ਆ ਵੀ ਆਹੋ ਜੰਮਿਆ ਹੈ, ਦੂਜੇ ਦੇ ਕੀੜੇ ਮਕੌੜੇ ਤੁਰੇ ਫਿਰਦੇ ਨੇ। ਖੁਦ ਖੁਦਾ ਹੈ, ਖੁਦਾ ਦਾ ਸਵਰੂਪ ਹੈ। ਬਾਬਾ ਮੱਖਣ ਸ਼ਾਹ ਕਹਿੰਦਾ ਜੀ ਪ੍ਰਗਟ ਹੋ। ਜਹਾਜ਼ ਕਈਆਂ ਦੇ ਡੁੱਬ ਰਹੇ ਨੇ, ਕਈਆਂ ਦਾ ਜੀਵਨ ਵਿਕਾਰਾਂ ਵਿੱਚ ਡੁੱਬ ਚੱਲਿਆ। ਬੰਨੇ ਲਾਓ ਬੂਟੇ ਸ਼ਾਹ ਤਵਾਰੀਖੇ ਪੰਜਾਬ ਵਿੱਚ ਫਾਰਸੀ ਦੇ ਬੋਲ ਲਿਖਦਾ, ਕਹਿੰਦਾ ਗੁਰੂ ਨੇ ਜਵਾਬ ਦਿੱਤਾ ਸੀ, ਮਨ ਮਰਦੇ ਦਰਵੇਸ਼ਮ ਵਾ ਲਾਇਕ ਈ ਅਮਰ ਏ ਖਾਤੀਰ ਨੇਸਤਮ। ਮਹਾਰਾਜ ਕਹਿੰਦੇ ਮੈਂ ਇੱਕ ਆਮ ਫਕੀਰ ਹਾਂ, ਮੈਂ ਕਾਬਲ ਨਹੀਂ ਗੁਰੂ ਨਾਨਕ ਦੇ ਤਖਤ ਤੇ। ਗੁਰੂ ਨਾਨਕ ਦੇ ਤਖਤ ਨੂੰ ਸਾਂਭ ਲੈਣਾ, ਜ਼ਿੰਮੇਵਾਰੀ ਚੁੱਕ ਲੈਣੀ, ਇਹ ਮੇਰੇ ਵੱਸ ਦੀ ਗੱਲ ਨਹੀਂ ਹੈ। ਇਹਨੂੰ ਕਹਿੰਦੇ ਨੇ ਆਪਸ ਕਹੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਉਹ ਮਹਾਨ ਰੁਤਬਾ ਹੈ। ਖੈਰ ਮਹਾਰਾਜ ਪ੍ਰਗਟ ਹੋਏ, ਸਤਿਗੁਰ ਵਿੱਚ ਆਪ ਰੱਖੇ ਉਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਗੁਰੂ ਪਰਮੇਸ਼ਰ ਆਪ 9ਵੇਂ ਜਾਮੇ ਵਿੱਚ ਪ੍ਰਗਟ ਹੋਏ, ਗੁਰੂ ਤੇਗ ਬਹਾਦਰ ਸਾਹਿਬ ਦੇ ਰੂਪ ਵਿੱਚ ਬੇਅੰਤ ਸੰਗਤਾਂ ਨੂੰ ਤਾਰਿਆ। ਜਿਸ ਪਾਕ ਜਗ੍ਹਾ ਤੇ ਤੁਸੀਂ ਬੈਠੇ ਹੋ, ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ, ਇਸ ਜਗ੍ਹਾ ਤੇ ਵੀ ਸੰਗਤਾਂ ਦੇ ਦੁੱਖ ਕੱਟੇ ਨੇ।
मैं एको ही लफ्ज़ कमां उहदी शान विच, किरपा कटाख अवलोकन कीनो दास का दुख बिदारियो। तेरे तन नूं दुख है, आ मेरे बापू दी शरणों कटेगा। तेरे मन नूं डिप्रैशन है, चिंतावां ने, आ गुरु तेग बहादुर साहब दी शरणों मिटा दवेगा। जिथे गुरु साहब 10 सरगुण स्वरूपां विच विचरे, निर्गुण तौर ते हर जरे विच वो खुदा बन के मौजूद ने। अज वो शब्दा स्वरूप विच साडे सन्मुख सुभाएमान ने। सब सिखन को हुक्म है गुरु मान्यो। झोलियां भरनियां ने ना तन दी बरकतां नाल, पदार्थां नाल ते मन दी नाम नाल। इको ही दाता है गुरु ग्रंथ साहिब, ओदी शरण आ तेरा जीवन सफला होवे। खंडे दी पौल छको, गुरु वाले बनो, अपना जीवन सफला करो। इत्थे ही दास अपनी विचार नूं संकोचदा है। जिथे आप संगतां इस पाक मुकद्दस जगह दे उपर सुभाएमान हो, उथे सिख जगत दी सिरमौर हस्ती ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹ ਵੀ ਆਪ ਸੰਗਤ ਦੇ ਦਿਦਾਰੇ ਕਰਨ ਪਹੁੰਚੇ ਹੋਏ ਨੇ। ਉਹਨਾਂ ਨੂੰ ਵੀ ਦਾਸ ਜੀਓ ਆਇਆਂ ਨੂੰ ਆਖਦਾ ਹੈ। ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਜੀ, ਫਤਿਹਗੜ੍ਹ ਸਾਹਿਬ ਦੀ ਜਿਹੜੀ ਪਾਕ ਧਰਤੀ ਹੈ, ਉੱਥੋਂ ਪਹੁੰਚੇ ਨੇ ਸੰਗਤ ਦੇ ਦਿਦਾਰੇ ਕਰਨ, ਉਹਨਾਂ ਨੂੰ ਵੀ ਜੀਓ ਆਇਆ ਹੈ। ਹੋਰ ਗੁਰੂ ਘਰ ਦੇ ਸੇਵਾਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਜਗਤ ਦੀ ਮੁੱਖ ਧਾਰਮਿਕ ਜਥੇਬੰਦੀ ਹੈ, ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਲਈ ਜੋ ਯਤਨਸ਼ੀਲ ਨੇ, ਜਿਨ੍ਹਾਂ ਨੇ ਇਹ ਮਹਾਨ ਉਪਰਾਲਾ ਕੀਤਾ ਹੈ, ਔਰ ਜਿਨ੍ਹਾਂ ਵੱਲੋਂ ਸਰਦਾਰ ਸਤਵਿੰਦਰ ਸਿੰਘ ਜੀ ਟੌੜਾ ਸਾਹਿਬ, ਜਿਨ੍ਹਾਂ ਦਾ ਦਾਸ ਨੂੰ ਹੁਕਮ ਸੀ ਆਪ ਸੰਗਤ ਦੇ ਦਰਸ਼ਨ ਕਰਨ ਦਾ, ਇਸ ਜਥੇਬੰਦੀ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ। ਹੋਰ PTC ਚੈਨਲ, ਚੜ੍ਹਦੀ ਕਲਾ ਟਾਈਮ TV, ਜਿੰਨੇ ਵੀ ਮੀਡੀਆ ਵਾਲੇ ਵੀਰ ਇਹ ਸਮਾਗਮ ਦੇਸ਼ਾਂ ਦਸ਼ਾਂਤਰਾਂ ਤੱਕ ਪਹੁੰਚਾ ਰਹੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਰਣਧੀਰ ਸਿੰਘ ਜੀ ਹੋਣੀ ਸੈਕਟਰੀ ਦੀ ਸੇਵਾ ਨਿਭਾ ਰਹੇ ਨੇ, ਉਹਨਾਂ ਦਾ ਵੀ ਧੰਨਵਾਦ। ਇੱਥੇ ਹੀ ਦਾਸ ਵਿਚਾਰ ਨੂੰ ਵਿਸ਼ਰਾਮ ਦੇ ਕੇ ਫਤਿਹ ਗਜਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।